ਸਤਿ ਸ਼੍ਰੀ ਅਕਾਲ ਦਰਸ਼ਕਾਂ ਨੂੰ। ਪ੍ਰੋਗਰਾਮ ਖਾਸ ਗੱਲਬਾਤ ਦੇ ਵਿੱਚ ਅੱਜ ਦਾ ਸਾਡਾ ਜਿਹੜਾ ਵਿਸ਼ਾ ਹੈ ਉਹ ਹੈ ਬੀਤੇ ਕੱਲ੍ਹ ਹੀ ਡਾਕਟਰਸ ਡੇ ਜਿਹੜਾ ਲੰਘ ਕੇ ਗਿਆ ਹੈ ਅਤੇ ਉਹਦੇ ਉੱਤੇ ਅਸੀਂ ਸਮੁੱਚੀ ਚਰਚਾ ਜਿਹੜੀ ਆ ਉਹ ਡਾਕਟਰ SS ਦੀਪਤੀ ਹੋਰਾਂ ਦੇ ਨਾਲ ਕਰਾਂਗੇ ਅਤੇ ਉਹਨਾਂ ਤੋਂ ਜਾਣਾਂਗੇ ਕਿ ਡਾਕਟਰਸ ਡੇ ਜਿਹੜਾ ਆ ਉਹ ਕਿਉਂ ਮਨਾਇਆ ਜਾਂਦਾ, ਇਸ ਦੀ ਕੀ ਮਹੱਤਤਾ ਹੈ, ਅਤੇ ਨਾਲ ਹੋਰ ਇਸ ਪੇਸ਼ੇ ਨੂੰ ਲੈ ਕੇ ਗੱਲਬਾਤ ਜਿਹੜੀ ਆ ਉਹ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ, ਡਾਕਟਰਸ ਡੇ ਜਿਹੜਾ ਲੰਘ ਕੇ ਗਿਆ ਹੈ ਉਹਦੇ ਉੱਤੇ ਗੱਲ ਕਰੀਏ ਤਾਂ ਇਹਨੂੰ ਕਿਉਂ ਮਨਾਇਆ ਜਾਂਦਾ, ਇਸ ਦੀ ਕੀ ਮਹੱਤਤਾ ਜਿਹੜੀ ਆ ਉਹ ਹੈਗੀ ਆ? ਦੇਖੋ, ਅੱਜ ਕੱਲ੍ਹ ਆਪਾਂ ਰੋਜ਼ ਹੀ ਸੁਣਦੇ ਹਾਂ ਕਿ ਕਦੇ ਫਾਦਰ ਡੇ, ਮਦਰ ਡੇ, ਈਵਨ ਇੱਥੋਂ ਤੱਕ ਕਿ ਸਾਡੀਆਂ ਜਿਹੜੀ ਬਿਮਾਰੀਆਂ ਨੇ ਉਹਦੇ ਵਾਸਤੇ ਵੀ ਡਾਇਬਟੀਜ਼ ਡੇ, ਹਾਈਪਰਟੈਂਸ਼ਨ ਡੇ, ਇਹ ਸਾਰੇ ਮਨਾਏ ਜਾਣੇ ਲੱਗ ਗਏ ਹੈਗੇ ਨੇ। ਇਹ ਦਰਅਸਲ ਦਿਨ ਮਨਾਉਣ ਦੀ ਗੱਲ ਹੀ ਹੁੰਦੀ ਹੈ ਵੀ ਆਪਾਂ ਜਿਵੇਂ ਬਰਥਡੇ ਮਨਾਉਂਦੇ ਹਾਂ ਜਾਂ ਮਤਲਬ ਕਿ ਅਸੀਂ ਬਰਸੀ ਮਨਾਉਂਦੇ ਹਾਂ, ਮਤਲਬ ਕਿ ਉਹ ਹੁੰਦਾ ਕਿ ਉਸ ਦਿਨ ਨੂੰ ਇੱਕ ਮਹੱਤਵ ਦੇਣ ਦੀ ਗੱਲ ਹੁੰਦੀ ਵੀ ਉਹ ਦਿਨ ਦਾ ਕੀ ਆਪਾਂ ਮਤਲਬ ਕਿ ਇੱਕ ਮਹੱਤਵ ਸਮਝਦੇ ਹਾਂ, ਜਨਮ ਨੂੰ ਮਹੱਤਵ ਸਮਝਦੇ ਹਾਂ ਵੀ ਅੱਜ ਜਨਮ ਦਿਨ ਮਨਾਇਆ ਜਾਵੇ, ਇੱਕ ਯਾਦ ਕੀਤਾ ਜਾਵੇ ਵੀ ਅੱਜ ਅਸੀਂ ਪੈਦਾ ਹੋਏ ਸੀ ਕਿ ਫਿਰ ਉਸ ਦੇ ਬਹਾਨੇ ਫਿਰ ਅਸੀਂ ਅੱਗੋਂ ਰਿਸਪੈਕਟ ਵੀ ਹੁੰਦੀ ਹੈ ਕਿ ਚਲੋ ਅੱਜ ਦਾ ਦਿਨ ਜਿਹੜਾ ਖਾਸ ਉਹਨਾਂ ਵਾਸਤੇ ਈਵੈਂਟ ਹੁੰਦਾ ਇੱਕ ਲਾਈਫ ਦਾ, ਮਤਲਬ ਕਿ ਯਾਦ ਕਰਨ ਯੋਗ ਹੁੰਦਾ ਹੈਗਾ, ਤਾਂ ਕਿ ਅਸੀਂ ਜੇ ਮਦਰ ਡੇ ਹੈ ਤਾਂ ਮਦਰ ਦੀ ਮਹੱਤਤਾ ਨੂੰ ਬਾਰੇ ਜਾਣੀਏ ਜਾਂ ਮਦਰ ਕਿਸ ਤਰ੍ਹਾਂ ਸਮਝੀਏ। ਉਵੇਂ ਡਾਕਟਰ ਡੇ ਦੀ ਗੱਲ ਹੈਗੀ ਹੈ। ਦੇਖੋ ਕਿ ਹੁਣ ਮੈਂ ਇੱਕ ਆਪ ਡਾਕਟਰ ਹੈਗਾ ਅਤੇ ਜਦੋਂ ਇੱਕ ਡਾਕਟਰ ਡੇ ਦੀ ਗੱਲ ਆਉਂਦੀ ਹੈ, ਡਾਕਟਰ ਬਣਾਇਆ ਜਾਂਦਾ ਤਾਂ ਬੜਾ ਚੰਗਾ ਲੱਗਦਾ ਹੈ ਵੀ ਸਾਨੂੰ ਕਿਸੇ ਤਰੀਕੇ ਦੇ ਨਾਲ ਯਾਦ ਕੀਤਾ ਜਾ ਰਿਹਾ। ਇਹ 1991 ਦੇ ਵਿੱਚ ਜਿਹੜੀ ਭਾਰਤ ਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ, ਉਹਨਾਂ ਨੇ ਮਤਲਬ ਕਿ ਇਹ ਪ੍ਰਪੋਜ਼ ਕੀਤਾ। ਅੱਛਾ ਜੀ। 1 ਜੁਲਾਈ 1991 ਨੂੰ ਕਲਕੱਤਾ ਦੇ ਜਿਹੜੇ ਸੀਗੇ ਮਤਲਬ ਕਿ ਵੈਸਟ ਬੰਗਾਲ ਦੇ ਇੱਕ ਡਾਕਟਰ ਸੀਗੇ ਬਿਪਨ ਚੰਦਰ ਰਾਏ, ਉਹਨਾਂ ਦੇ ਜਨਮ ਦਿਨ ਨੂੰ ਲੈ ਕੇ ਇਹ ਮਨਾਉਣੀ ਸ਼ੁਰੂ ਕੀਤਾ ਗਿਆ। ਉਹ ਗੱਲ ਇਹੀ ਹੈਗੀ ਹੈ ਕਿ ਆਪਾਂ ਇਹ ਸਮਝਦੇ ਹੈਗੇ ਹਾਂ ਵੀ ਇੱਕ ਡਾਕਟਰ ਹੈਗਾ, ਡਾਕਟਰ ਦੇ ਕੋਲ ਮਤਲਬ ਉਹਦਾ ਕੰਮ ਮਰੀਜ਼ ਦੇਖਣਾ ਹੈਗਾ। ਜਦੋਂ ਉਹਦੇ ਕੋਲ ਕੋਈ ਮਰੀਜ਼ ਦਿਖਾਉਣ ਵਾਸਤੇ ਆਉਂਦਾ ਹੈਗਾ, ਉਹ ਠੀਕ ਹੁੰਦਾ ਹੈਗਾ ਤਾਂ ਆਪਣੇ ਆਪ ਨੂੰ ਵਧੀਆ ਖੁਸ਼ੀ ਮਹਿਸੂਸ ਕਰਦਾ ਹੈ। ਡਾਕਟਰ ਵੀ ਖੁਸ਼ੀ ਮਹਿਸੂਸ ਕਰਦਾ ਕਿ ਉਹਨੇ ਇੱਕ ਮਰੀਜ਼ ਦਾ ਜਿਹੜਾ ਦੁੱਖ ਦਰਦ ਉਹ ਠੀਕ ਕੀਤਾ। ਤਾਂ ਉਹ ਇੱਕ ਆਪਾਂ ਕਹਿੰਦੇ ਹਾਂ ਵੀ ਇੱਕ ਮਤਲਬ ਕਿ ਡਾਕਟਰ ਡੇ ਨੂੰ ਯਾਦ ਕਰਨ ਦਾ ਮਤਲਬ ਹੈ ਕਿ ਡਾਕਟਰ ਦਾ ਧੰਨਵਾਦ ਕੀਤਾ ਜਾਵੇ ਵੀ ਉਹਨੇ ਮਤਲਬ ਕਿ ਤੁਹਾਡੀ ਜ਼ਿੰਦਗੀ 'ਚ ਕਦੇ ਵੀ ਤੁਹਾਡੇ ਜਿਹੜੀ ਹੈਗੀ ਦੁੱਖ ਤਕਲੀਫ ਨੂੰ ਠੀਕ ਕੀਤਾ ਹੈਗਾ। ਇੱਕ ਧੰਨਵਾਦ ਕਰਨ ਦਾ ਸੀਗਾ, ਮਕਸਦ ਸੀਗਾ ਵੀ ਇਹ ਡਾਕਟਰ ਦੀ ਜਿਹੜੀ ਅਹਿਮੀਅਤ ਹੈਗੀ ਸਮਾਜ ਵਿੱਚ ਉਸ ਨੂੰ ਉਭਾਰਨ ਦੇ ਵਾਸਤੇ ਸੀਗਾ। ਤੁਸੀਂ ਦੇਖਿਆ ਹੋਣਾ ਕਿ ਕਰੋਨਾ ਟਾਈਮ ਦੇ ਵਿੱਚ ਵੀ ਜਿਹੜਾ ਕਰੋਨਾ ਵਾਰੀਅਰ ਦੇ ਤੌਰ 'ਤੇ ਡਾਕਟਰਾਂ ਨੂੰ, ਹੈਲਥ ਵਰਕਰ ਨੂੰ ਕਿਹਾ ਗਿਆ ਅਤੇ ਉਹਨਾਂ ਦਾ ਇੱਕ ਧੰਨਵਾਦ ਦਿਵਸ ਵੀ ਮਨਾਇਆ ਗਿਆ। ਭਾਵੇਂ ਉਹਦਾ ਬਾਅਦ ਵਿੱਚ ਮਤਲਬ ਕੁਛ ਹੋਰ ਸੀਗਾ ਵੀ ਤਾਲੀਆਂ ਮਾਰ ਕੇ ਤਾਲੀਆਂ ਵਜਾ ਕੇ, ਉਹ ਵੀ ਧੰਨਵਾਦ ਦਾ ਸੀਗਾ। ਦਰਅਸਲ ਉਹ ਹੈਗੀ ਡਾਕਟਰ ਦੀ ਅਹਿਮੀਅਤ। ਉਸ ਵਕਤ ਤੋਂ ਆਪਾਂ ਕਹਿੰਦੇ ਵੀ ਉਹ ਇੱਕ ਡਾਕਟਰ ਦੇ ਮਨਾਉਣ ਦੀ ਜਿਹੜੀ ਹੈਗੀ ਹੈ ਇੱਕ ਰਵਾਇਤ ਸ਼ੁਰੂ ਕੀਤੀ ਗਈ ਸਮਾਜ ਦੇ ਵਿੱਚ। ਜੀ ਡਾਕਟਰ ਸਾਹਿਬ, ਜਿਵੇਂ ਡਾਕਟਰਸ ਡੇ ਮਨਾ ਰਹੇ ਹਾਂ ਅਤੇ ਡਾਕਟਰਸ ਦੀ ਗੱਲ ਕਰੀਏ ਤਾਂ ਇਸ ਪੇਸ਼ੇ ਨੂੰ ਸੇਵਾ ਭਾਵਨਾ ਵਾਲਾ ਪੇਸ਼ਾ ਵੀ ਜਿਹੜਾ ਆ ਉਹ ਕਿਹਾ ਜਾਂਦਾ ਆ ਅਤੇ ਇਹ ਹੈ ਵੀ ਆ। ਪਰ ਅੱਜ ਦੇ ਦੌਰ ਦੀ ਜੇਕਰ ਗੱਲ ਕਰੀਏ ਤਾਂ ਤੁਸੀਂ ਇਸ ਗੱਲ ਨਾਲ ਕਿੰਨੇ ਕੁ ਸਹਿਮਤ ਹੋ ਕਿ ਵਾਕਿਆ ਹੀ ਇਹ ਪੇਸ਼ਾ ਸੇਵਾ ਭਾਵਨਾ ਵਾਲਾ ਰਿਹਾ ਹੈ ਜਾਂ ਫਿਰ ਇੱਕ ਵਪਾਰ ਦੇ ਤੌਰ ਦੇ ਉੱਤੇ ਅਤੇ ਜਿਹੜਾ ਵੀ ਡਾਕਟਰ ਬਣਦਾ ਆ ਜਿਹਦੇ ਕੋਲ ਪੈਸੇ ਹੈਗੇ ਉਹ ਹੌਸਪੀਟਲ ਆਪਣੇ ਬਣਾ ਲੈਂਦੇ ਆ, ਅਲੱਗ-ਅਲੱਗ ਹੌਸਪੀਟਲ ਦਾ ਅਲੱਗ-ਅਲੱਗ ਰੇਟ ਆ, ਇਸ ਤਰੀਕੇ ਨਾਲ ਚੱਲ ਰਿਹਾ ਆ। ਇਹਦੇ ਨਾਲ ਤੁਸੀਂ ਕਿੰਨਾ ਕੁ ਸਹਿਮਤ ਹੋ? ਨਹੀਂ, ਦੇਖੋ ਤੁਸੀਂ ਇਹਦੇ 'ਚ ਦੋ ਗੱਲਾਂ ਹੈਗੀਆਂ ਨੇ। ਇੱਕ ਹੈਗੀ ਸੇਵਾ ਭਾਵ। ਆਪਾਂ ਡਾਕਟਰ ਦਾ ਮਤਲਬ ਵੀ ਹੈ ਜਿਹੜਾ ਵੀ ਕੋਈ ਡਾਕਟਰ ਹੈਗਾ ਅਤੇ ਉਹਦੇ ਮਨ ਦੇ ਵਿੱਚ ਇਸ ਗੱਲ ਦੀ ਤਾਂ ਹੈਗੀ ਹੈ ਵੀ ਉਹਦੀ ਸੇਵਾ ਕਰਨੀ ਹੈਗੀ ਹੈ। ਉਹ ਮਤਲਬ ਕਿ ਅੱਗੋਂ ਮਤਲਬ ਕਿ ਕਿਸ ਢੰਗ ਦੇ ਨਾਲ ਕਰੇ ਇਹ ਦੂਜਾ ਪੱਖ ਹੈਗਾ। ਜਦੋਂ ਅਸੀਂ ਮੈਂ ਇਹ ਮੰਨਦਾ ਵੀ ਖਾਸ ਤੌਰ 'ਤੇ ਆਪ ਡਾਕਟਰ ਹੁੰਦੇ, ਮੈਂ ਪੜ੍ਹਿਆ ਵੀ ਹੈਗਾ ਅਤੇ ਇੱਕ ਉਹਦੇ ਵਿੱਚ ਇਹ ਹੈਗਾ ਕਿ ਵੀ ਤੁਸੀਂ ਕਿਸੇ ਵੀ ਮਰੀਜ਼ ਦੀ ਹੈ ਨਾ, ਜਿਹੜਾ ਮਰੀਜ਼ ਦਾ ਮਤਲਬ ਇਹ ਹੈਗਾ ਵੀ ਜਿਹੜਾ ਦਰਦ ਦੇ ਵਿੱਚ ਹੈਗਾ। ਅਸੀਂ ਡਿਜ਼ੀਜ਼ ਸ਼ਬਦ ਵਰਤਦੇ ਹੈਗੇ। ਡਿਜ਼ੀਜ਼ ਇਹ ਇੰਗਲਿਸ਼ ਦਾ ਸ਼ਬਦ ਹੈਗਾ ਡਿਸਈਜ਼, ਹੈ ਨਾ। ਡਿਸਈਜ਼ ਮਤਲਬ ਕਿ ਜਿਹੜਾ ਕੰਫਰਟੇਬਲ ਨਹੀਂ ਹੈਗਾ, ਈਜ਼ ਮਹਿਸੂਸ ਨਹੀਂ ਕਰ ਰਿਹਾ, ਬਸ ਜਿਹੜਾ ਕੰਫਰਟੇਬਲ ਨਹੀਂ ਹੈਗਾ ਉਹਨੂੰ ਡਿਜ਼ੀਜ਼ ਕਹਿੰਦੇ ਆ। ਅਤੇ ਜੇ ਤੁਸੀਂ ਉਸਦਾ ਡਿਸਕੰਫਰਟ ਜਿਹੜੀ ਉਹਦੀ ਤਕਲੀਫ ਨੂੰ ਠੀਕ ਕਰਦੇ ਹੋ ਤਾਂ ਉਹ ਤੁਸੀਂ ਮਤਲਬ ਕਿ ਇੱਕ ਡਾਕਟਰ ਕਰਦਾ ਹੈਗਾ ਆਪਣੀ ਦਵਾਈ ਦੇ ਨਾਲ, ਆਪਣੀ ਸਮਝ ਦੇ ਨਾਲ। ਤਾਂ ਜਦੋਂ ਤੁਸੀਂ ਤਕਲੀਫ ਠੀਕ ਕਰਦੇ ਹੋ ਤਾਂ ਇਹ ਦੋਹਾਂ ਨੂੰ ਖੁਸ਼ੀ ਮਿਲਦੀ ਹੈ। ਡਾਕਟਰ ਨੂੰ ਵੀ ਖੁਸ਼ੀ ਮਿਲਦੀ ਹੈਗੀ ਹੈ ਅਤੇ ਮਰੀਜ਼ ਨੂੰ ਵੀ ਖੁਸ਼ੀ ਮਿਲਦੀ ਹੈਗੀ ਹੈ। ਤਾਂ ਇਹ ਤਾਂ ਇੱਕ ਪੱਖ ਹੈਗਾ ਹੀ ਹੈ। ਦੂਜਾ ਹੈਗਾ ਕਿ ਹੁਣ ਅਸੀਂ ਮਤਲਬ ਕਿ ਉਸ ਤਕਲੀਫ ਦੇ ਵਿੱਚੋਂ ਦੀ ਕਿੰਨਾ ਉਹਨੂੰ ਮਤਲਬ ਕਿ ਵਪਾਰ ਬਣਾ ਕੇ ਉਹਦੀ ਤਕਲੀਫ ਦੇ ਵਿੱਚੋਂ ਦੀ ਕੀ ਖੱਟਣਾ ਚਾਹੁੰਦੇ ਹੈਗੇ ਆ, ਇੱਕ ਪੱਖ। ਦੂਜਾ ਪੱਖ ਹੈਗਾ ਉਹ ਇਹ ਨਹੀਂ ਆਪਾਂ ਕਹਿ ਸਕਦੇ ਵੀ ਸਾਰੇ ਡਾਕਟਰ ਹੀ ਇਸ ਤਰ੍ਹਾਂ ਮਤਲਬ ਕਿ ਦੇ ਹੁੰਦੇ ਆ। ਪਰ ਜੇ ਆਪਾਂ ਕਹੀਏ ਤਾਂ ਸ਼ੁਰੂਆਤੀ ਦੌਰ ਦੇ ਵਿੱਚ, ਜਵਾਨੀ ਦੇ ਵਿੱਚ ਜਦੋਂ ਬੰਦਾ ਮੈਡੀਕਲ ਕਾਲਜ ਆਉਂਦਾ ਹੈਗਾ, ਪੜ੍ਹਦਾ ਹੈਗਾ ਅਤੇ ਉਸ ਤੋਂ ਬਾਅਦ ਉਹ ਆਪਣੇ ਨੌਕਰੀ 'ਤੇ ਜਾਂਦਾ ਹੈਗਾ ਜਾਂ ਆਪਣੀ ਕਲੀਨਿਕ ਖੋਲ੍ਹਦਾ ਹੈਗਾ, ਇਹ ਭਾਵ ਤਾਂ ਉਹਦੇ ਰਹਿੰਦਾ ਹੀ ਹੈ। ਮੈਂ ਨਹੀਂ ਸਮਝਦਾ ਕਿ ਕੋਈ ਬੰਦਾ ਇਹ ਸੋਚ ਕੇ ਬੈਠਾ ਹੋਵੇ ਵੀ ਇਹ ਆ ਗਿਆ ਮਰੀਜ਼ ਅਤੇ ਹੁਣ ਇਹਨੂੰ ਆਪਾਂ ਮਤਲਬ ਕਿ ਇਹਦੀ ਜੇਬ ਖਾਲੀ ਕਰਨੀ ਹੈ ਜਾਂ ਇਹਨੂੰ ਲੁੱਟਣਾ ਹੈਗਾ ਜਾਂ ਇਹਨੂੰ ਮਤਲਬ ਕਿ ਉਹ ਕਰਨਾ ਹੈਗਾ। ਇਸ ਤਰ੍ਹਾਂ
ਤਰ੍ਹਾਂ ਨਹੀਂ ਹੁੰਦਾ। ਪਰ ਹੁਣ ਹੌਲੀ ਹੌਲੀ ਅਸੀਂ ਮਤਲਬ ਕਿ ਦੇਖ ਰਹੇ ਹੈਗੇ ਆ ਕਿ ਜਦੋਂ ਤੁਸੀਂ ਗੱਲ ਕੀਤੀ ਵੱਡੇ ਵੱਡੇ ਹਸਪਤਾਲ ਨੇ, ਉਹਦੇ ਤੇ ਕਰੋੜਾਂ ਰੁਪਈਆ ਉਹਨਾਂ ਦਾ ਖਰਚ ਹੋ ਰਿਹਾ ਹੈਗਾ, ਮਸ਼ੀਨਰੀ ਹੈਗੀ ਹੈ, ਤਾਂ ਉਹ ਖਰਚੇ ਦੇ ਹਿਸਾਬ ਦੇ ਨਾਲ ਮੈਨੂੰ ਲੱਗਦਾ ਕਿ ਹੌਲੀ ਹੌਲੀ ਮਤਲਬ ਕਿ ਜਿਹੜਾ ਹੈਗਾ ਨਾ ਉਹ ਉਸ ਦੇ ਵਿੱਚ ਵਪਾਰਿਕ ਜਿਹੜਾ ਪੱਖ ਹੈ ਉਹ ਆ ਰਿਹਾ ਹੈਗਾ। ਤੇ ਜੇ ਮਤਲਬ ਕਿ ਆਪਾਂ ਗੱਲ ਕਰੀਏ ਕਿ ਹੁਣ ਡਾਕਟਰੀ ਦੇ ਪੱਖ ਤੋਂ ਆਪਾਂ ਜਾਂ ਸਿਹਤ ਦੇ ਵਾਲੇ ਪਾਸੋਂ ਤੇ ਦੋ ਹਿੱਸੇ ਹੈਗੇ ਨੇ। ਇੱਕ ਤਾਂ ਹੈਗਾ ਮਤਲਬ ਕਿ ਅਸੀਂ ਪੜ੍ਹਨਾ ਹੈਗਾ, ਪੜ੍ਹਨ ਤੋਂ ਬਾਅਦ ਮਤਲਬ ਕਿ ਉਹਨੂੰ ਮਤਲਬ ਕਿ ਇੱਕ ਨੌਕਰੀ ਦੇ ਰੂਪ ਵਿੱਚ ਉਹਨੂੰ ਉਹ ਕਰਨਾ ਹੈਗਾ। ਤੇ ਇਹ ਗੱਲ ਠੀਕ ਹੈ ਕਿ ਜਦੋਂ ਆਪਾਂ ਗੱਲ ਡਾਕਟਰ ਡੇ ਦੀ ਕੀਤੀ, ਇੱਕ ਰਿਸਪੈਕਟ ਦੀ ਗੱਲ ਕੀਤੀ, ਤੁਹਾਨੂੰ ਯਾਦ ਕਰਨ ਦੀ ਗੱਲ ਕੀਤੀ, ਇਸ ਦਿਨ ਨੂੰ ਤੁਹਾਡੇ ਗ੍ਰੈਟੀਟਿਊਡ ਆਪਾਂ ਕਹਿੰਦੇ ਵੀ ਤੁਹਾਡਾ ਧੰਨਵਾਦ ਕੀਤਾ ਮਤਲਬ ਕਿ। ਦੂਜੇ ਪਾਸੇ ਅੱਜ ਮਤਲਬ ਕਿ ਜਿਹੜਾ ਹੈਗਾ ਇਹ ਜਿਹੜਾ ਦ੍ਰਿਸ਼ ਹੈਗਾ, ਜਦੋਂ ਅਸੀਂ ਸੋਚਦੇ ਹਾਂ ਕਿ ਡਾਕਟਰਾਂ ਦੇ ਵਾਸਤੇ ਜਿੰਨੇ ਵੀ ਮਤਲਬ ਕਿ ਬੁਰੇ ਵਿਸ਼ੇਸ਼ਣ ਨੇ ਉਹ ਸਾਰੇ ਲੱਗ ਸਕਦੇ ਹੈ, ਪਰ ਉਹ ਠੱਗ ਵੀ ਕਿਹਾ ਜਾ ਸਕਦਾ ਹੈ, ਚੋਰ ਵੀ, ਕਤਲੀਆ ਵੀ, ਲੋਟੂ ਵੀ, ਸਾਰੇ ਸ਼ਬਦ ਇਸਤੇਮਾਲ ਹੋ ਰਹੇ ਨੇ, ਭਾਵੇਂ ਉਹ ਕੁਛ ਵਰਗ ਦੇ ਵਾਸਤੇ ਹੀ ਹੋ ਰਹੇ ਨੇ, ਪਰ ਹੈਗੇ ਨੇ ਮਤਲਬ ਇਹ ਹੈਗੇ ਨੇ। ਪਰ ਇਹ ਹੈ ਕਿ ਉਹ ਸਾਰਿਆਂ ਨੂੰ ਹੀ ਉਹਦੀ ਬਦਨਾਮੀ ਜਿਹੜੀ ਆ ਉਹ ਝੱਲਣੀ ਪੈਂਦੀ ਹੈ ਫਿਰ। ਹਾਂ, ਫਿਰ ਕਿਉਂਕਿ ਉਹਦੇ ਨਾਲ ਫਿਰ ਜਦੋਂ ਆਪਣੇ ਆਪ ਨੂੰ ਮਨ ਨੂੰ ਬੁਰਾ ਲੱਗਦਾ ਹੈਗਾ ਵੀ ਅਸੀਂ ਡਾਕਟਰ ਬਣੇ ਸੀਗੇ, ਇੱਕ ਰਿਸਪੈਕਟ ਵਾਸਤੇ ਬਣੇ ਸੀਗੇ, ਅੱਗੇ ਤੁਸੀਂ ਜਾ ਕੇ ਕਿਸੇ ਨੂੰ ਦੱਸਦੇ ਸੀਗੇ ਕਿ ਮੈਂ ਡਾਕਟਰ ਹਾਂ, ਤੇ ਉਹ ਰਿਸਪੈਕਟਫੁਲੀ ਤੁਹਾਡੇ ਨਾਲ ਗੱਲ, ਉਹਦੀ ਆਵਾਜ਼ ਦੀ ਟੋਨ ਬਦਲ ਜਾਂਦੀ ਹੈ। ਡਾਕਟਰ ਸਾਹਿਬ ਇਹ ਵੀ ਚੀਜ਼ਾਂ ਬੜੀਆਂ ਸੁਣਨ ਨੂੰ ਮਿਲਦੀਆਂ ਕਿ ਫਲਾਣੇ ਹਸਪੀਟਲ ਦੇ ਵਿੱਚ ਕੋਈ ਮਰੀਜ਼ ਗਿਆ ਜੀ, ਉਹਦੇ ਕੋਲ ਪੈਸੇ ਨਹੀਂ ਸੀ ਹੈਗੇ ਤੇ ਉਹ ਬਾਹਰ ਹੀ ਉਹਦੀ ਡੈਥ ਹੋ ਗਈ, ਜਾਂ ਕਿਸੇ ਲੇਡੀ ਦੀ ਡਿਲੀਵਰੀ ਹੋ ਗਈ, ਉਹਨਾਂ ਨੇ ਉਹਨੂੰ ਐਡਮਿਟ ਨਹੀਂ ਕੀਤਾ। ਇਵੇਂ ਦੀਆਂ ਗੱਲਾਂ ਬਹੁਤ ਸਮਾਜ ਦੇ ਵਿੱਚ ਮਿਲ ਰਹੀਆਂ ਨੇ ਕਿ ਇਵੇਂ ਹੋ ਰਿਹਾ ਆ। ਮੈਂ ਦੱਸਾਂ ਵੀ ਜਦੋਂ ਆਪਾਂ ਵਪਾਰਕ ਪੱਖ ਦੀ ਗੱਲ ਕਰਦੇ ਨਾ, ਵਪਾਰ ਦਾ ਮਤਲਬ ਆਪਾਂ ਜੇ ਸਮਝੀਏ, ਭਾਵੇਂ ਉਹ ਆਪਾਂ ਕਿਸੇ ਵੀ ਚੀਜ਼ ਦਾ ਵਪਾਰ ਹੈ, ਕੋਈ ਉਹ ਬੈਠਾ ਮੁਨਾਫਾ ਕਮਾਉਣ ਵਾਸਤੇ, ਤਾਂ ਇੱਕ ਮੁਨਾਫਾ ਸ਼ਬਦ ਤੇ ਵਪਾਰ ਆਪਸ ਵਿੱਚ ਜੁੜੇ ਹੋਏ ਹੈਗੇ ਨੇ। ਤਾਂ ਜਦੋਂ ਕੋਈ ਬੰਦਾ ਉਹਨੂੰ ਵਪਾਰਕ ਤੌਰ ਤੇ ਉਹ ਲਏਗਾ ਤਾਂ ਉਹਦੇ 'ਚ ਮੁਨਾਫਾ ਕਮਾਏਗਾ। ਸਵਾਲ ਹੈਗੇ ਵੀ ਅਸੀਂ ਇੱਕ ਮੁਨਾਫੇ ਦੀ ਹੱਦ ਕਿੱਥੇ ਤੈਅ ਕਰਨੀ ਹੈਗੀ ਹੈ। ਉੱਥੇ ਅਸੀਂ ਦੇਖੋ, ਹੁਣ ਆਪਾਂ ਜਦੋਂ ਡਾਕਟਰੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਦੇਖੋ ਇੱਕ ਦੁਕਾਨਦਾਰ ਦੇ ਤੌਰ ਤੇ ਜਿਹੜਾ ਕੋਈ ਬੈਠਾ ਹੈਗਾ, ਦੁਕਾਨਦਾਰ ਜਿਹੜਾ ਆਪਣਾ ਸਮਾਨ ਵੇਚ ਰਿਹਾ, ਗਰੋਸਰੀ ਵੇਚ ਰਿਹਾ ਹੈਗਾ, ਆਪਣਾ ਦਾਲ ਆਟਾ ਵੇਚ ਰਿਹਾ ਹੈਗਾ, ਉਹਦੇ ਸਾਹਮਣੇ ਇੱਕ ਖੜਾ ਹੈਗਾ ਬੰਦਾ, ਉਹ ਕਹਿੰਦਾ ਮੇਰੇ ਕੋਲ 50 ਰੁਪਏ ਨੇ, ਕੋਈ ਇੰਨਾ ਮਾਲ ਹੀ ਮਿਲੂਗਾ, ਇੰਨਾ ਲੈ ਜਾ, ਹੈ ਨਾ। ਹੁਣ ਦੂਜੇ ਪਾਸੇ ਤੁਸੀਂ ਇੱਕ ਇਨਸਾਨ ਨਾਲ ਕਰ ਰਹੇ ਹੋ, ਮਤਲਬ ਕਿ ਤੁਸੀਂ ਇਨਸਾਨ ਨੂੰ ਇਹ ਨਹੀਂ ਕਹਿ ਸਕਦੇ ਵੀ ਯਾਰ ਤੇਰੇ ਮੈਂ ਇੰਨਾ ਕੋਈ ਇਲਾਜ ਕਰੂੰਗਾ, ਜਿੰਨੇ ਪੈਸੇ ਨੇ ਬਾਕੀ ਤੂੰ ਫਿਰ ਕਰਾ ਲਈ, ਹੈ ਨਾ, ਜਾਂ ਜਦੋਂ ਪੈਸੇ ਹੋਣਗੇ ਫਿਰ ਆ ਜੀ। ਉਹ ਇਸ ਤਰ੍ਹਾਂ ਨਹੀਂ ਹੁੰਦਾ, ਹੈ ਨਾ। ਤਾਂ ਇਸ ਕਰਕੇ ਇਹਨਾਂ ਦੋਹਾਂ ਚੀਜ਼ਾਂ ਨੂੰ ਫਰਕ ਕਰਨ ਦੀ ਲੋੜ ਹੈਗੀ ਹੈ, ਸਾਨੂੰ ਕਿਤੇ ਲਕੀਰ ਖਿੱਚਣ ਦੀ ਲੋੜ ਹੈਗੀ ਹੈ। ਮੈਂ ਤੁਹਾਨੂੰ ਦੱਸਦਾ ਕਿ ਵੀ ਮੇਰੀ ਬੈਕਗਰਾਊਂਡ ਆਪਣੀ, ਮੈਂ ਚਲੋ ਉਦਾਹਰਨ ਦੇਵਾਂ, ਮੈਂ ਵੈਸੇ ਕੱਟ ਦੇਣਾ ਆਪਣੀ ਉਦਾਹਰਨ ਵੀ ਮੈਂ ਮਤਲਬ ਕਿ ਜਦੋਂ ਅਸੀਂ ਪਾਕਿਸਤਾਨ ਤੋਂ ਆਏ ਤੇ ਇੱਥੇ ਮਤਲਬ ਕਿ ਛੋਟਾ ਮੋਟੀ ਕਰਿਆਨੇ ਦੀ ਦੁਕਾਨ ਸੀ ਸਾਡੇ ਪਿਤਾ ਜੀ ਦੀ, ਤੇ ਉਹ ਮੈਂ ਸ਼ਾਮ ਨੂੰ ਉੱਥੇ ਬੈਠਦਾ ਹੁੰਦਾ ਸੀਗਾ, ਤੇ ਮੈਂ ਕਦੇ ਦੇਖਣਾ ਤੇ ਉਹ ਕੋਈ ਗੱਲ ਹੈ, ਜੇ ਮੈਂ ਸਮਾਨ ਦੀ ਗੱਲ ਕੀਤੀ, ਗਰੋਸਰੀ ਦੀ ਗੱਲ ਕੀਤੀ, ਉਹ ਛੋਟੇ ਲੈਵਲ ਤੇ ਕੋਈ ਮੈਨੂੰ ਕਹਿ ਰਿਹਾ ਕਿ ਕੋਈ ਮਤਲਬ ਕਿ ਵੀ ਪਾਈਆ ਦਾਲ ਦੇ ਦੇ, 1-2 ਕਿਲੋ ਆਟਾ ਦੇ ਦੇ, ਆਹ ਦੇ ਦੇ, ਮਿਰਚਾਂ ਦੇ ਦੇ, ਘੀ ਦੇ ਦੇ, ਤੇ ਫਿਰ ਜੋੜ ਲਗਾ ਰਿਹਾ ਵੀ ਇੰਨੇ ਦੀ ਇੰਨੇ ਦੀ ਆ। ਤੇ ਮੈਨੂੰ ਲੱਗਦਾ ਸੀ ਜਦੋਂ ਮੈਂ ਡਾਕਟਰ ਬਣ ਗਿਆ ਤਾਂ ਮੈਨੂੰ ਲੱਗਿਆ ਕਿ ਜੇ ਮੈਂ ਕਲੀਨਿਕ ਖੋਲ੍ਹੀ ਤੇ ਮੈਂ ਦੇਖੂੰਗਾ ਕਿ ਇਹਨੂੰ 4 ਗੋਲੀਆਂ ਦਿੱਤੀਆਂ ਨੇ, 2 ਕੈਪਸੂਲ ਦਿੱਤੇ ਨੇ, ਇੱਕ ਪੀਣ ਦੀ ਦਵਾਈ ਦਿੱਤੀ, ਇੱਕ ਟੀਕਾ ਲਾਇਆ, ਤੇ ਫਿਰ ਮੈਂ ਜੋੜ ਲਾਉਂਗਾ, ਮੇਰੇ ਦਿਮਾਗ ਵਿੱਚ ਫਿਰ ਆਪਣੀ ਹੋਈ ਤਸਵੀਰ ਆ ਜਾਂਦੀ ਸੀਗੀ ਜਿਹੜੀ ਮੈਂ ਕਹਿੰਦਾ ਸੀਗਾ ਵੀ ਮੈਂ ਉਸ ਤਰ੍ਹਾਂ ਦਾ ਦੁਕਾਨਦਾਰ ਬਣਨ ਲੱਗਿਆ। ਤੇ ਉਹ ਇੱਕ ਬੰਦਾ, ਇੱਕ ਮਰੀਜ਼ ਆਇਆ ਹੈਗਾ ਜਿਹੜਾ ਤਕਲੀਫ ਵਿੱਚ ਹੈਗਾ, ਤੇ ਜੇ ਮੈਂ ਟੋਟਲ ਕਰਦਾ ਤੇ ਉਹਦੇ ਬੰਦੇ ਨੇ 50 ਰੁਪਏ ਤੇ ਉਹ ਕਿ ਮੇਰੇ ਕੋਲ ਤਾਂ ਹੈ ਨਹੀਂ 50 ਰੁਪਏ, 30 ਰੁਪਏ ਨੇ, ਤੁਸੀਂ ਦੇਖ ਲਓ। ਤੇ ਮੈਂ ਉਹ ਕੀ ਸੋਚੂਗਾ, ਮੇਰੇ ਦਿਮਾਗ ਤਾਂ ਮੇਰੇ ਮਨ 'ਚ ਪੱਕਾ ਸੀਗਾ ਕਿ ਮੈਂ ਆਪਣੀ ਮਤਲਬ ਕਿ ਜਿਹੜੀ ਹੈਗੀ ਹੈ ਕਲੀਨਿਕ ਨਹੀਂ ਖੋਲ੍ਹਣੀ, ਜੋ ਸੋ ਕਾਲ ਵੀ ਡਾਕਟਰੀ ਦੀ ਦੁਕਾਨ ਮੈਂ ਨਹੀਂ ਖੋਲ੍ਹਣੀ, ਵੀ ਮੈਂ ਕੋਈ ਹੋਰ ਤਰੀਕਾ ਜਿਵੇਂ ਮਤਲਬ ਕਿ ਜਿਵੇਂ ਚਲੋ ਕੁਦਰਤੀ ਕਹਿ ਸਕਦੇ ਹਾਂ ਕਿ ਵੀ ਉਸ ਟਾਈਮ 'ਤੇ ਨੌਕਰੀ ਮਿਲ ਗਈ ਅਤੇ ਮੈਂ ਸਰਵਿਸ ਵਿੱਚ ਆ ਗਿਆ। ਡਾਕਟਰ ਸਾਹਿਬ ਤੁਸੀਂ ਕਿੰਨਾ ਚਿਰ ਜੋਬ ਕੀਤੀ ਅਤੇ ਕੋਈ ਇਸ ਤਰ੍ਹਾਂ ਦਾ ਤਜਰਬਾ ਤੁਹਾਡਾ ਰਿਹਾ ਹੋਵੇ, ਜਾਂ ਤੁਸੀਂ ਸਿਰਫ ਪੜ੍ਹਾਉਂਦੇ ਰਹੇ ਹੋ ਬੱਚਿਆਂ ਨੂੰ? ਨਹੀਂ, ਮੈਂ ਮਤਲਬ ਨਾ ਦੇਖੋ ਤਕਰੀਬਨ ਆਪਣੀ ਪੜ੍ਹਨ ਤੋਂ ਲੈ ਕੇ ਤੇ ਫਿਰ ਰੂਰਲ ਸਰਵਿਸ ਕੀਤੀ ਮੈਂ ਪਿੰਡ ਦੇ ਵਿੱਚ, ਤੇ ਉਸ ਤੋਂ ਬਾਅਦ ਮਤਲਬ ਕਿ ਮੈਂ ਮੈਡੀਕਲ ਕਾਲਜ ਵਿੱਚ ਚੂਜ਼ ਕੀਤਾ। ਮੈਂ ਕਹਿੰਦਾ ਕਿ ਮੇਰੇ ਕੋਲ ਪੜ੍ਹਾਉਣ ਦਾ ਵੀ ਤਜਰਬਾ ਹੈਗਾ, ਮੇਰੇ ਕੋਲ ਪੜ੍ਹਨ ਦਾ ਵੀ ਤਜਰਬਾ ਹੈਗਾ ਜਦੋਂ ਮੈਂ ਪੜ੍ਹਦਾ ਸੀਗਾ। ਵੈਸੇ ਵੀ ਦੇਖੋ ਜਿਹੜੀ ਪੜ੍ਹਾਈ ਹੈਗੀ ਹੈ ਉਹ ਨੌਕਰੀ ਨਾਲ ਜਾਂ ਸੇਵਾ ਨਾਲ ਜੁੜੀ ਹੋਈ ਹੈਗੀ, ਚਾਹੇ ਤੁਸੀਂ ਸਰਕਾਰੀ ਸੇਵਾ ਕਰੋ ਚਾਹੇ ਪ੍ਰਾਈਵੇਟ ਸੇਵਾ ਕਰੋ, ਉਹ ਇੱਕ ਗੱਲ ਹੈਗੀ ਹੈ। ਤੁਸੀਂ ਦੇਖੋ ਕਿ ਜਦੋਂ ਮੈਂ ਪੜ੍ਹਦਾ ਸੀਗਾ, ਜੇ ਮੈਂ ਇੱਥੇ ਗੱਲ ਕਰਾਂ ਕਿ ਵੀ ਮੈਂ ਜਦੋਂ ਇੱਥੇ ਮੈਡੀਕਲ ਕਾਲਜ ਪਟਿਆਲੇ 'ਚ ਆਇਆ ਤਾਂ ਉਦੋਂ 500 ਰੁਪਈਆ ਸਾਲ ਦੀ ਫੀਸ ਸੀਗੀ। ਅੱਛਾ ਜੀ। ਉਹ ਠੀਕ ਹੈ ਕਿ ਵੀ ਹੁਣ ਉਹ ਗੱਲ ਮਤਲਬ ਕਿ 40 ਸਾਲ ਪੁਰਾਣੀ ਹੈਗੀ ਹੈ, ਉਦੋਂ 500 ਦੀ ਬੜੀ ਕੀਮਤ ਸੀ, ਪਰ ਮਤਲਬ 500 ਦੀ ਜਿਹੜੀ ਭਾਵੇਂ ਕੀਮਤ ਸੀ, ਪਰ ਹੁਣ ਅੱਜ ਦੀ ਤਰੀਕ ਦੇ ਵਿੱਚ ਜੇ ਆਪਾਂ ਉਹਨੂੰ ਕਰੀਏ ਤਾਂ ਉਨੀ ਫਿਰ ਵੀ ਨਹੀਂ ਬਣਦੀ ਜਿੰਨੀ ਫੀਸ ਅੱਜ ਡਾਕਟਰ ਬਣਨ ਵਾਸਤੇ ਲੱਗ ਰਹੀ ਹੈਗੀ। ਦੂਜੀ ਗੱਲ ਹੋਰ ਹੈਗੀ ਹੈ, ਜਿਹੜਾ ਸਾਡਾ ਐਗਜ਼ਾਮ ਸੀਗਾ, ਸਿਸਟਮ ਸੀਗਾ, ਉਹ ਵੀ ਇੱਕ ਬੜਾ ਮਤਲਬ ਕਿ ਇੱਕ ਆਮ ਫੈਮਿਲੀ ਵਾਸਤੇ ਫੇਵਰੇਬਲ ਸੀਗਾ। ਵੀ ਅਸੀਂ ਜੇ +2 ਉਦੋਂ ਪ੍ਰੀ ਮੈਡੀਕਲ ਹੁੰਦੀ ਸੀ, ਅਸੀਂ +2 ਜਾਂ ਕਹਿ ਲਓ ਕਿ ਪ੍ਰੀ ਮੈਡੀਕਲ ਕਰਕੇ ਜੋ ਤੁਹਾਡੇ ਨੰਬਰ ਆਏ,
ਸਾਰੇ ਪੰਜਾਬ ਦੀ ਸਟੇਟ ਦੇ ਵਿੱਚੋਂ ਜੋ ਨੰਬਰ ਜਿੰਨੇ ਨੇ ਅਪਲਾਈ ਕੀਤਾ ਉੱਥੇ ਉਹਨਾਂ ਦੀ ਮੈਰਿਟ ਬਣ ਜਾਂਦੀ ਸੀਗੀ। ਅੱਛਾ ਜੀ। ਤੇ ਉਸ ਦੇ ਆਧਾਰ ਤੇ ਤੁਹਾਨੂੰ ਮਤਲਬ ਕਿ ਐਡਮਿਸ਼ਨ ਮਿਲਦੀ ਸੀ। ਹੁਣ ਤੁਹਾਨੂੰ ਨੀਟ ਦੇ ਥਰੂ ਆਉਣਾ ਪੈਂਦਾ ਹੈਗਾ। ਨੀਟ ਇਹੋ ਜਿਹੀ ਚੀਜ਼ ਹੈਗੀ ਆ ਜਿਹੜਾ ਕਿ ਤੁਹਾਨੂੰ ਇੱਕ ਵੱਖਰੀ ਜਿਹੜੀ ਤੁਹਾਡੇ ਪੜ੍ਹਾਈ ਦੇ ਨਾਲ ਉਹਦਾ ਕੋਈ ਸੰਬੰਧ ਨਹੀਂ ਹੈਗਾ। ਜੇ ਆਪਾਂ ਸਹੀ ਮੈਨੇ ਦੇਖੀਏ ਤਾਂ ਜੋ ਬੰਦਾ +2 ਤੱਕ ਪੜ੍ਹ ਰਿਹਾ ਹੈਗਾ, +2 ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ। ਹੁਣ +2 ਤੋਂ ਨਾਲ ਤੁਹਾਨੂੰ ਨੀਟ ਦੀ ਤਿਆਰੀ ਕਰਨੀ ਪੈਂਦੀ ਹੈ। ਇੱਕ ਬੜੀ ਮਤਲਬ ਕਿ ਦਰਦਨਾਕ ਗੱਲ ਹੈ, ਬੜੀ ਪੇਨਫੁਲ ਹੈਗੀ ਹੈ ਕਿ ਤੁਸੀਂ ਦੇਖੋ ਕਿ ਨੀਟ ਦੀ ਤਿਆਰੀ ਜਿਹੜੀ ਹੈਗੀ ਹੈ ਉਹ ਬਾਹਰ ਹੁੰਦੀ ਹੈ ਤੇ ਜਿਹੜੇ ਸਕੂਲ ਨੇ +1 +2 ਦੇ ਵਾਸਤੇ ਉੱਥੇ ਡੰਮੀ ਐਡਮਿਸ਼ਨ ਕਰਵਾ ਕੇ ਬੱਚੇ ਪੜ੍ਹਦੇ ਹੈਗੇ ਨੇ। ਡੰਮੀ ਦਾ ਮਤਲਬ ਕੀ ਹੈ? ਫਰਜ਼ੀ। ਤੇ ਤੁਸੀਂ ਇੱਕ ਫਰਜ਼ੀ ਡਾਕਟਰ ਬਣਨ ਦੇ ਵਾਸਤੇ ਐਡਮਿਸ਼ਨ ਲੈ ਰਹੇ ਹੈਗੇ ਹੋ, ਇੱਕ ਡਾਕਟਰ ਬਣਨ ਵਾਸਤੇ ਇੱਕ ਫਰਜ਼ੀ ਤਰੀਕਾ ਅਪਣਾ ਰਹੇ ਹੋ। ਤੁਹਾਡੀ ਮਾਨਸਿਕਤਾ ਉੱਥੇ ਤਿਆਰ ਹੋ ਰਹੀ ਹੈ। ਮੈਂ ਇੱਥੇ ਬੱਚਿਆਂ ਦੇ ਕੋਲੋਂ ਮੈਂ ਜਦੋਂ ਪੜ੍ਹਾਉਂਦਾ ਤਾਂ ਮੈਂ ਬੱਚਿਆਂ ਦੇ ਕੋਲ ਪੁੱਛਦਾ ਵੀ ਤੁਹਾਨੂੰ MBBS ਦੇ ਵਿੱਚ ਐਡਮਿਸ਼ਨ ਲੈਣ ਵਾਸਤੇ ਨੀਟ ਦੀ ਤਿਆਰੀ ਵਾਸਤੇ ਕਿੰਨੇ ਪੈਸੇ ਲੱਗੇ? ਘੱਟੋ ਘੱਟ 3 ਲੱਖ ਰੁਪਈਆ 2 ਸਾਲ ਦੇ ਵਿੱਚ ਉਹਨਾਂ ਦਾ ਖਰਚ ਹੁੰਦਾ ਹੈਗਾ ਨੀਟ ਦੀ ਤਿਆਰੀ ਜਦੋਂ MBBS ਵਿੱਚ ਉਹ ਦਾਖਲਾ ਲੈਂਦੇ ਹੈਗੇ ਨੇ। ਤਾਂ ਉਹ ਤੁਸੀਂ ਹਿਸਾਬ ਲਗਾ ਲਓ ਵੀ ਜਿੰਦੇ ਕੋਲੋਂ ਉਹ 2-3 ਲੱਖ ਰੁਪਈਆ ਹੈਗਾ ਉਹ ਹੀ ਮਤਲਬ ਕਿ ਜਿਹੜਾ ਹੈ ਇੱਥੇ ਆ ਸਕਦਾ ਹੈਗਾ। ਜਿਹਦੇ ਕੋਲ ਉਹ ਨਹੀਂ ਹੈਗਾ ਉਹ ਪਹਿਲਾਂ ਉਸੇ ਦੀ ਉਹਦੀ ਤਾਂ ਉੱਥੇ ਹੀ ਜਿਹੜੀ ਹੈਗੀ 10ਵੀਂ ਤੋਂ ਬਾਅਦ ਹੀ ਆਪਣੇ ਆਪ ਹੀ ਉਹਦਾ ਕੱਟ ਆਫ ਹੋ ਜਾਂਦਾ, ਹੁਣ ਤੋਂ ਅੱਗੇ ਨਹੀਂ ਜਾ ਸਕਦਾ। ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇੰਨਾ ਇਹਦੀ ਤਿਆਰੀ 'ਤੇ ਖਰਚਾ ਲੱਗ ਜਾਂਦਾ ਆ, ਭਾਰਤ ਦੀ ਗੱਲ ਕਰੀਏ ਤਾਂ ਅੱਗੇ ਚੱਲ ਕੇ ਜਦੋਂ ਡਾਕਟਰੀ ਲਾਈਨ ਜੁਆਇਨ ਕਰ ਲੈਂਦਾ ਵਾ ਬੰਦਾ, ਉਹ ਪੜ੍ਹਦਾ ਵਾ, ਉਹ 'ਚ ਖਰਚਾ ਵਾਕਿਆ ਹੀ ਇੰਨਾ ਲੱਗਦਾ ਵਾ ਜਾਂ ਫਿਰ ਜਾਣਬੁੱਝ ਕੇ ਖਰਚਾ ਇੰਨਾ ਲਿਆ ਜਾਂਦਾ ਵਾ? ਜਿਵੇਂ ਹੁਣ ਇੱਥੋਂ ਕਈ ਬਾਹਰੋਂ ਜਾ ਕੇ ਡਾਕਟਰੀ ਕਰਦੇ, ਯੂਕਰੇਨ ਦੇ ਵਿੱਚ ਵੀ ਜਾਂਦੇ ਆ ਕਰਨ, ਉੱਥੇ ਸਸਤਾ ਵਾ ਇੱਥੇ ਮਹਿੰਗਾ ਵਾ, ਇਹਦਾ ਕਿਉਂ ਇੰਨਾ ਅੰਤਰ ਹੈਗਾ? ਦੇਖੋ ਪਤਾ ਹਿਸਾਬ ਹੈ ਵੀ ਸਾਡੇ ਜਿਹੜਾ ਹੁਣ ਇੱਕ ਮੈਡੀਕਲ ਕਾਲਜ ਦੀ ਤਕਰੀਬਨ ਇੱਕ ਅੰਦਾਜ਼ਾ ਹੈਗਾ ਵੀ 400 ਕਰੋੜ ਰੁਪਈਆ ਲੱਗਦਾ ਇੱਕ ਮੈਡੀਕਲ ਕਾਲਜ ਖੋਲ੍ਹਣ ਵਾਸਤੇ। ਤੇ ਫਿਰ ਉਹ ਜਿਹੜਾ 400 ਕਰੋੜ ਰੁਪਈਆ ਉਹਦੇ 'ਤੇ ਮਤਲਬ ਕਿ ਉਹਨੇ ਲਾਇਆ ਹੈਗਾ, ਉਹਦਾ ਉਹ ਹੁਣ ਦੇਖਦਾ ਕਿ ਵੀ ਮੈਂ ਇਹਨੂੰ ਕਿਵੇਂ ਪੂਰਾ ਕਰਨਾ ਹੈ। ਉਹ ਦੇਖੋ ਉਸ ਤਰ੍ਹਾਂ ਦੀ ਸੇਵਾ ਆਪਾਂ ਅੱਗੇ ਚੈਰੀਟੇਬਲ ਹੋਸਪੀਟਲ ਜਾਂ ਕਾਲਜ ਨਹੀਂ ਹੁੰਦੇ। ਪਹਿਲੇ ਇਸ ਟਾਈਮ 'ਤੇ ਹੁੰਦਾ ਸੀਗਾ ਜੋ ਅਸੀਂ ਪੜ੍ਹਦੇ ਸੀ SD ਮਤਲਬ ਕਿ ਕਾਲਜ ਹੈਗੇ ਨੇ ਜਾਂ ਮਤਲਬ ਕਿ DAV ਦੇ ਕਾਲਜ ਸੀਗੇ, ਉਹ ਥੋੜ੍ਹੇ ਜਿਹੇ ਲੋਕਾਂ ਦੀ ਸੇਵਾ ਵਾਸਤੇ ਪੜ੍ਹਾਉਣ ਦੇ ਵਾਸਤੇ ਬੰਦੇ ਸੀਗੇ। ਹੁਣ ਤਾਂ 400 ਕਰੋੜ ਰੁਪਈਆ ਉਹਨੂੰ ਕੋਈ ਕਹਿੰਦਾ ਵੀ ਤੂੰ ਤੇਰੇ ਕੋਲ ਪੈਸਾ ਹੈਗਾ, ਤੂੰ ਆ ਇੱਕ ਵਧੀਆ ਬਿਜ਼ਨਸ ਹੈ ਇਹ ਲਗਾ ਲੈ। ਫਿਰ ਉਸ ਹਿਸਾਬ ਨਾਲ ਉਹਦੇ ਉਹ ਪੈਸਿਆਂ ਨੂੰ ਫਿਰ ਉਹ ਕਰਦਾ ਹੈਗਾ ਵੀ ਕੈਲਕੂਲੇਟ ਕਰਦਾ ਹੈ ਕਿ ਕਿੰਨੇ ਵਿਦਿਆਰਥੀ ਦਾਖਲ ਹੋਣਗੇ ਤੇ ਕਿੰਨੇ ਤੋਂ ਕਿੰਨੀ ਫੀਸ ਰੱਖੀ ਜਾਵੇ। ਤਾਂ ਉਹ ਹੈਗਾ। ਤੇ ਤੁਸੀਂ ਦੇਖੋ ਵੀ ਤਕਰੀਬਨ ਜਿਹੜੇ ਆਪਣੇ ਇੱਥੋਂ ਦੇ ਹਿੰਦੁਸਤਾਨ ਦੇ ਪ੍ਰਾਈਵੇਟ ਕਾਲਜ ਨੇ ਨਾ, ਕੋਈ ਵੀ ਕਾਲਜ 25 ਲੱਖ ਰੁਪਏ ਤੋਂ ਘੱਟ ਮਤਲਬ ਕਿ MBBS ਨਹੀਂ ਕਰਾਉਂਦਾ। ਇਹ ਘੱਟੋ ਘੱਟ ਹੈਗਾ। ਇਹ ਜਦੋਂ ਕਿ 30 40 35 40 ਤੱਕ 50 ਤੱਕ ਚਲੇ ਜਾਂਦੇ ਹੈਗੇ ਨੇ ਕਈ ਕਾਲਜਾਂ ਦੇ, ਜਿਹੜੇ ਚਲੋ 5-4 ਸਾਲ ਚੱਲ ਪੈਂਦੇ ਨੇ, ਉਹਨਾਂ ਦੀ ਥੋੜ੍ਹੀ ਰੈਪੂਟੇਸ਼ਨ ਹੋ ਜਾਂਦੀ ਹੈ, ਉਹ 40 ਲੱਖ ਰੁਪਈਆ ਤੱਕ 50 ਲੱਖ ਰੁਪਏ ਤੱਕ ਚਾਰਜ ਕਰਦੇ ਹੈਗੇ ਨੇ। ਤੇ ਜਦੋਂ ਕਿ ਯੂਕਰੇਨ ਜਾਂ ਜਿਹੜੇ ਆਪਾਂ ਬਾਹਰ ਦੀ ਫਾਰਨ ਕੰਟਰੀ ਦੇ, ਚਾਈਨਾ ਵੀ ਉਸ ਵਿੱਚ ਹੈਗਾ, ਹੋਰ ਵੀ ਹੈਗੇ ਨੇ, ਪੈਸੇ ਭਾਵੇਂ ਉੱਥੇ ਵੀ ਲਗਭਗ ਇੰਨੇ ਹੀ ਲੱਗ ਜਾਣ, 20 ਲੱਖ ਰੁਪਈਆ ਫਿਰ ਵੀ ਲੱਗਦਾ ਹੈਗਾ ਘੱਟੋ ਘੱਟ ਉੱਥੇ ਵੀ। ਪਰ ਉੱਥੇ ਹੈਗਾ ਕਿ ਉਹ ਈਅਰਲੀ 6 ਮਹੀਨਿਆਂ ਬਾਅਦ ਵੀ ਉਹ ਕਿਸ਼ਤ ਬਣਾ ਲੈਂਦੇ ਵੀ ਹਰ 6 ਮਹੀਨੇ ਬਾਅਦ ਤੁਸੀਂ 6 ਮਹੀਨੇ ਕਰਕੇ ਤੁਸੀਂ ਇਹ ਪੈਸੇ ਵੰਡ ਲਓ ਸਾਰੇ। ਜਦੋਂ ਕਿ ਇੱਥੇ 25 ਲੱਖ ਰੁਪਇਆ ਜੇ ਕੋਈ ਕਹਿੰਦਾ ਤਾਂ ਉਹ 25 ਲੱਖ ਪਹਿਲੇ ਦਿਨ ਹੀ ਜਮ੍ਹਾਂ ਕਰਵਾਉਣਾ ਪੈਂਦਾ ਹੈਗਾ, ਇੱਕ ਮੁਸ਼ਤ ਤੁਹਾਨੂੰ ਪੈਸੇ ਜਮ੍ਹਾਂ ਕਰਾਉਣੇ ਪੈਂਦੇ। ਤਾਂ ਇਹ ਇੱਕ ਫਰਕ ਹੈਗਾ ਜਿਹੜੇ ਕਿ ਇੱਕ ਆਮ ਜਿਹੜਾ ਮਿਡਲ ਕਲਾਸ ਹੈਗਾ ਮਤਲਬ ਕਿ ਉਹ ਇਸ ਪਾਸੇ ਨਹੀਂ ਉਹ ਕਰ ਸਕਦਾ। ਤਾਂ ਦੂਜੀ ਜਿਹੜੀ ਗੱਲ ਹੋਰ ਹੈਗੀ ਇਹਦੇ ਨਾਲ ਜੁੜਦੀ ਹੋਈ ਕਿ ਜਿਹੜੇ ਹੁਣ ਮੈਡੀਕਲ ਕਾਲਜ ਵਿੱਚ ਜਦੋਂ ਬੱਚਾ ਚਲਾ ਗਿਆ MBBS, ਅੱਜ ਤੁਸੀਂ ਦੇਖ ਲਓ ਹਰੇਕ ਮਤਲਬ ਕਿ ਇੱਕ ਛੋਟੇ ਤੋਂ ਛੋਟੇ ਆਮ ਬੰਦੇ ਨੂੰ ਜਦੋਂ ਵੀ ਉਹਦੇ ਕੋਈ ਘਰੇ ਤਕਲੀਫ ਹੁੰਦੀ ਹੈ ਤਾਂ ਉਹਦੀ ਹੁੰਦੀ ਖਾਹਿਸ਼ ਕਿ ਉਹ ਮਾਹਰ ਡਾਕਟਰ ਕੋਲ ਜਾਵੇ, MD ਕੋਲ ਜਾਵੇ। MD ਤੋਂ ਵੀ ਅੱਗੇ ਮੰਨ ਲਓ ਕਿ DM ਕੋਲ ਮਤਲਬ ਕਿ ਜਿਹੜੇ ਮਤਲਬ ਡਾਇਬਟਿਕ ਦੇ ਸਪੈਸ਼ਲਿਸਟ ਨੇ, ਥਾਇਰਾਇਡ ਦੇ ਸਪੈਸ਼ਲਿਸਟ ਨੇ, ਜਿਵੇਂ ਗੋਡਿਆਂ ਦੇ ਸਪੈਸ਼ਲਿਸਟ ਨੇ, ਕੋਈ ਮਤਲਬ ਕਿ ਹੋਰ ਮਤਲਬ ਕਿ ਉਹਨਾਂ ਕੋਲ ਜਾਣ ਦੀ ਗੱਲ ਹੁੰਦੀ ਹੈ। ਤੇ ਉਹਦੇ ਵਾਸਤੇ ਫਿਰ ਇੱਕ ਵੱਖਰਾ ਟੈਸਟ ਹੈ ਜਿਹੜੀ MD ਵਾਸਤੇ, ਉਹਦਾ PG ਨੀਟ ਪ੍ਰੋਗਰਾਮ ਹੈਗਾ। ਹੁਣ ਜਦੋਂ ਜਿਵੇਂ ਮੈਂ ਕਿਹਾ ਕਿ ਬੰਦਾ +1 +2 ਦੇ ਵਿੱਚ ਮਤਲਬ ਕਿ ਜਦੋਂ ਇੱਥੇ ਤਿਆਰੀ ਕਰਨ ਲੱਗ ਪੈਂਦਾ ਆਪਣਾ ਸਕੂਲ ਛੱਡ ਕੇ ਤੇ ਉੱਥੇ ਨੀਟ ਦੀ, ਐਵੇਂ ਜਦੋਂ MBBS ਵਿੱਚ 5 ਸਾਲ ਦਾ ਕੋਰਸ ਹੈਗਾ, ਉਹ 5 ਸਾਲ ਦੇ ਵਿੱਚ ਵੱਧ ਤੋਂ ਵੱਧ ਸਾਲ ਕੋਈ ਥੋੜ੍ਹਾ ਜਿਹਾ ਆਪਣੇ ਮੈਡੀਕਲ ਕਾਲਜ ਸੈਟਿੰਗ ਜੀ ਹੁੰਦੀ ਫਿਰ ਉਸ ਤੋਂ ਬਾਅਦ ਫਿਰ ਨੀਟ ਦੀ ਤਿਆਰੀ ਕਰਨ ਲੱਗ ਪੈਂਦਾ ਹੈਗਾ। ਉਹਦਾ ਧਿਆਨ ਬਿਲਕੁਲ MBBS ਵਿੱਚ ਨਹੀਂ ਹੁੰਦਾ। ਉਹ ਸੋਚਦਾ ਕਿ MBBS ਪਾਸ ਕਰਨੀ ਹੈ, 50% ਨੰਬਰ ਪਾਸ ਮਾਰਕਸ ਹੈਗੇ ਨੇ ਉਹ ਲੈਣੇ ਹੈਗੇ ਨੇ, ਤੇ ਇਸ ਕਰਕੇ ਵੀ ਅਲਟੀਮੇਟਲੀ ਤਾਂ ਤਿਆਰੀ ਕਰਨੀ ਹੈ MD ਦੀ। ਮੈਂ ਬੜੇ ਦਾਅਵੇ ਦੇ ਨਾਲ ਕਹਿ ਸਕਦਾ ਵੀ ਜਿਹੜਾ ਅੱਜ MBBS ਕਰਕੇ ਬਾਹਰ ਨਿਕਲਦਾ ਹੈਗਾ, ਉਹਨੂੰ ਜੇ ਕੋਈ ਐਮਰਜੈਂਸੀ ਆ ਜਾਏ, ਮਤਲਬ ਕੋਈ ਕਿਸੇ ਦੇ ਆਪਣੇ ਟਾਂਕੇ ਲਗਾਉਣੇ ਪੈ ਜਾਣ, ਇੱਥੋਂ ਤੱਕ ਕਿ ਆਪਣੇ ਨਾੜ ਦੇ ਵਿੱਚ ਟੀਕਾ ਲਾਉਣਾ ਲੱਗ ਜਾਏ, ਗਲੂਕੋਜ਼ ਦੀ ਬੋਤਲ ਲਾਉਣੀ ਲੱਗ ਜਾਏ, ਉਹ ਕਿਸੇ ਨੂੰ ਨਹੀਂ ਆਉਂਦੀ ਕਿਉਂਕਿ ਉਹਨਾਂ ਦਾ ਇਸ ਪਾਸੇ ਧਿਆਨ ਹੀ ਹੈ ਨਹੀਂ। ਉਹਨਾਂ ਦਾ ਧਿਆਨ ਹੈਗਾ ਵੀ ਅਸੀਂ MD ਕਰਨੀ ਹੈ ਤੇ ਉਹਦੀ ਤਿਆਰੀ ਕਰਨੀ ਹੈ, ਤੇ ਉਹ ਫਿਰ ਉਹਦੀ ਤਿਆਰੀ ਵਿੱਚ ਆਪਣਾ ਸਮਾਂ ਲਗਾਉਂਦੇ ਹੈਗੇ ਨੇ। ਤੇ ਉਹ ਇਸ ਕਰਕੇ ਬਹੁਤ ਸਾਰੇ ਇਸ ਤਰ੍ਹਾਂ ਦੇ ਫਾਲਟ ਹੈਗੇ ਨੇ ਜਿਹੜੇ ਫਿਰ ਮਤਲਬ ਕਿ ਹੁਣ ਅੱਜ ਦਾ ਜਿਹੜਾ ਤਿਆਰ ਕੀਤਾ ਹੋਇਆ ਜਿਹੜਾ MBBS ਡਾਕਟਰ ਹੈਗਾ, ਉਹ ਫਿਰ ਕਾਰਪੋਰੇਟ ਹਸਪਤਾਲਾਂ ਦੇ ਵਿੱਚ ਉਹਨਾਂ ਦੀ ਐਮਰਜੈਂਸੀ ਸਾਂਭਣ ਦੇ ਕੰਮ ਆਉਂਦਾ ਹੈਗਾ, ਤੇ ਉਹਨੂੰ 30-40 ਹਜ਼ਾਰ ਰੁਪਇਆ ਜ਼ਰੂਰ ਦੇ ਦਿੰਦੇ ਹੈਗੇ ਨੇ। ਤੇ ਵੀ 30-40 ਹਜ਼ਾਰ ਵਿੱਚ ਉਹ ਉਹਨਾਂ ਦੇ ਮਰੀਜ਼
ਜਦੋਂ ਵੀ ਉਹਨਾਂ ਕੋਲ ਕੋਈ ਮਰੀਜ਼ ਪਹੁੰਚਦਾ ਉਹਨੂੰ ਸਾਂਭਣ ਦੇ ਕੰਮ ਕਰਦਾ ਹੈਗਾ। ਉਸ ਤੋਂ ਬਾਅਦ ਉਹਨਾਂ ਦਾ ਸਪੈਸ਼ਲਿਸਟ ਜਾਂ ਸੁਪਰ ਸਪੈਸ਼ਲਿਸਟ ਜਾਂ ਜੋ ਵੀ ਹੈਗਾ ਉਹ ਆਉਂਦਾ ਹੈਗਾ। ਤਾਂ ਇਸ ਕਰਕੇ ਉਹ ਜਿਹੜੇ MBBS ਡਾਕਟਰ ਨੇ ਉਹ ਸਾਡੇ ਆਮ ਬੰਦੇ ਦੇ ਮਤਲਬ ਕਿ ਉਹ ਗਲੀ ਵਿੱਚ ਕਿਤੇ ਨੁੱਕਰ ਤੇ ਬੈਠੇ ਹੋਏ ਡਾਕਟਰ ਦਾ ਕੰਮ ਵੀ ਕਰਨ ਨੂੰ ਤਿਆਰ ਨਹੀਂ ਹੈਗੇ, ਪਿੰਡ ਦੇ ਵਿੱਚ ਜਾਣ ਨੂੰ ਵੀ ਤਿਆਰ ਨਹੀਂ ਹੈਗੇ, ਕਿਉਂਕਿ ਉਹਨਾਂ ਨੇ ਕਿਸੇ ਕੋ ਚੰਗੇ ਘਰਾਂ ਤੋਂ ਆਏ ਹੁੰਦੇ ਨੇ। ਇਸ ਕਰਕੇ ਇਹ ਦੋਵੇਂ ਜਿਹੜੇ ਗਰੁੱਪ ਨੇ, ਇੱਕ ਗਰੀਬ ਗਰੁੱਪ ਹੈਗਾ ਉਹਦੇ ਵਾਸਤੇ ਵੀ ਇਹ ਕੰਮ ਨਹੀਂ ਆ ਰਹੇ, ਤੇ ਜਿਹੜੇ ਮਤਲਬ ਕਿ ਕਾਰਪੋਰੇਟ ਹਸਪਤਾਲ ਨੇ ਉੱਥੇ ਵੀ ਉਹ ਐਮਰਜੈਂਸੀ ਸੰਭਾਲਦੇ ਉਹਨਾਂ ਦੀ, ਤੇ ਉਹ ਉੱਥੇ ਵੀ ਸਾਡਾ ਆਮ ਬੰਦਾ ਉਸ ਹਸਪਤਾਲ 'ਤੇ ਨਹੀਂ ਜਾ ਸਕਦਾ। ਡਾਕਟਰ ਸਾਹਿਬ ਜਿਵੇਂ ਧੜਾ ਹਸਪੀਟਲ ਲਗਾਤਾਰ ਖੁੱਲ੍ਹ ਰਹੇ ਆ, ਇਹਦੇ 'ਚ ਇਹ ਵੀ ਚੀਜ਼ ਜਿਹੜੀ ਅਕਾਊਂਟ ਕੀਤੀ ਜਾਂਦੀ ਆ ਕਿ ਉਹੀ ਬੰਦਾ ਹਸਪੀਟਲ ਖੋਲ੍ਹ ਸਕਦਾ ਜਿਹਨੂੰ ਇੰਨੇ ਸਾਲਾਂ ਦਾ ਤਜਰਬਾ ਹੈਗਾ, ਜਾਂ ਫਿਰ ਜਿਹੜਾ MBBS ਜਾਂ MD ਕੀਤੀ ਆ ਤੇ ਉਹ ਆ ਕੇ ਆਪਣਾ ਚਾਹੇ ਕਲੀਨਿਕ ਕੋਈ ਖੋਲ੍ਹ ਲੇ ਚਾਹੇ ਹਸਪੀਟਲ ਖੋਲ੍ਹ ਲੇ। ਤੇ ਦੂਜੀ ਗੱਲ ਇਹ ਕਿ ਜਿਵੇਂ ਤੁਸੀਂ ਕਿਹਾ ਕਿ ਉਹ ਪਿੰਡਾਂ ਦੇ ਵਿੱਚ ਨਹੀਂ ਜਾਣਾ ਚਾਹੁੰਦੇ, ਉਹ ਵੀ ਗੱਲ ਹੈਗੀ ਆ ਕਿ ਜ਼ਿਆਦਾਤਰ ਜਿਹੜੇ ਆ ਉਹਨਾਂ ਨੂੰ ਇਹ ਹੁੰਦਾ ਵਾ ਕਿ ਮੈਂ ਸਰਕਾਰੀ ਜੋਬ ਤੱਕ ਵੀ ਨਹੀਂ ਉਹ ਲੈਣਾ ਚਾਹੁੰਦੇ। ਉਹ ਕਹਿੰਦੇ ਕਿ ਮੈਂ ਆਪਣਾ ਕਲੀਨਿਕ ਤੋਂ ਮੈਨੂੰ ਹੈਗਾ ਕਿ ਮੈਂ ਉਹ ਤੋਂ ਜ਼ਿਆਦਾ ਪੈਸੇ ਜਿਹੜੇ ਆ ਉੱਥੇ ਬਣਾ ਲੈਣੇ ਆ। ਐਵੇਂ ਦੀ ਸੋਚ ਜਿਹੜੀ ਆ ਉਹ ਹੈਗੀ ਹੈ। ਨਹੀਂ ਦੇਖੋ, ਜਿਹੜੀ ਹਸਪਤਾਲ ਖੁੱਲ੍ਹਣ ਦੀ ਗੱਲ ਹੈ ਨਾ ਜੀ, ਅੱਜ ਜਦੋਂ ਹੁਣ ਫਿਰ ਮੈਂ ਆਪਣੀ ਗੱਲ ਜੇ ਕਰਾਂ ਕਿ ਜਦੋਂ ਮੈਂ MBBS ਕੀਤੀ ਸੀਗੀ ਤਾਂ ਉਸ ਵਕਤ ਇਸ ਤਰ੍ਹਾਂ ਦੀ ਸਿਚੁਏਸ਼ਨ ਸੀਗੀ ਕਿ ਮੇਰੇ ਕੋਲੋਂ ਸਟੈਥੋਸਕੋਪ ਸੀਗਾ ਜਦੋਂ ਮੈਂ ਪੜ੍ਹਦਾ ਸੀਗਾ, BP ਆਪਰੇਟਰ ਸੀਗਾ ਉਹ ਮੈਂ ਖਰੀਦਿਆ ਸੀਗਾ ਜਦੋਂ ਮਤਲਬ ਕਿ ਆਪਣੇ ਪੜ੍ਹਾਈ ਦੇ ਵਾਸਤੇ, ਤੇ ਇਹ 2 ਸਟੈਥੋਸਕੋਪ ਤੇ BP ਆਪਰੇਟਰਸ ਤੇ ਮੈਂ ਘਰੇ ਆਪਣੇ ਬੈਠ ਜਾਂਦਾ ਤੇ ਬਾਹਰ ਆਪਣਾ ਨਾਮ ਲਿਖ ਲੈਂਦਾ ਡਾਕਟਰ ਸ਼ਾਮ ਸੁੰਦਰ ਦੀਪਤੀ MBBS, ਤਾਂ ਮੈਂ ਆਪਣਾ ਕੰਮ ਚਲਾ ਸਕਦਾ ਸੀਗਾ। ਅੱਜ ਇਹ ਇੰਨਾ ਸੌਖਾ ਨਹੀਂ ਹੈਗਾ। ਅੱਜ ਮੈਂ ਕਹਿੰਦਾ ਕਿ ਵੀ ਹਸਪਤਾਲ ਜਾਂ ਕਲੀਨਿਕ ਖੋਲ੍ਹਣ ਤੋਂ ਛੱਡ, ਜਿਹੜਾ ਹਸਪਤਾਲਾਂ ਦੀ ਜਿਹੋ ਜਿਹੀ ਲੋਕਾਂ ਦੀ ਵੀ ਥੋੜ੍ਹੀ ਜਿਹੀ ਮਾਨਸਿਕਤਾ ਹੈਗੀ ਹੈ, ਜਿਹੜੇ ਹਸਪਤਾਲ ਖੁੱਲ੍ਹ ਰਹੇ ਨੇ ਤੇ ਉਹ ਕੋਈ ਵੀ ਹਸਪਤਾਲ ਆਮ ਬੰਦਾ ਨਹੀਂ, ਉਹ ਅੱਜ ਕੱਲ੍ਹ MBBS ਹੋਣ ਦੀ ਲੋੜ ਵੀ ਨਹੀਂ ਹੈਗੀ। ਅੱਜ ਕੱਲ੍ਹ ਇਹ ਕੰਮ ਬਿਜ਼ਨਸਮੈਨ ਜਿਹੜਾ ਕਾਰਪੋਰੇਟ ਮਤਲਬ ਕੋਈ ਇੱਕ ਬਿਜ਼ਨਸਮੈਨ ਜਿਹੜਾ ਹੈ ਡਾਕਟਰ ਹਾਇਰ ਕਰ ਲੈਂਦੇ, ਹਾਂ ਉਹ ਡਾਕਟਰ ਹਾਇਰ ਕਰ ਲੈਂਦੇ ਆ ਤੇ ਉਹ ਉਹਨਾਂ ਨੂੰ ਰੱਖਦੇ ਹੈਗੇ ਨੇ। ਅੱਜ ਇਹ ਚੇਨ ਆਫ ਹਸਪੀਟਲ ਜਿਹਨੂੰ ਆਪਾਂ ਕਹਿੰਦੇ ਆ, ਜਿਹੜੇ ਅੱਜ ਕੱਲ੍ਹ ਆਪਾਂ ਚੇਨ ਆਫ ਸਕੂਲਸ ਐਂਡ ਚੇਨ ਆਫ ਹਸਪੀਟਲ ਜਿਹੜੇ ਹੈਗੇ ਨੇ, ਹੁਣ ਤੁਸੀਂ ਦੇਖੋ ਮੈਕਸ ਹਸਪੀਟਲ ਹੈਗਾ, ਮੋਹਾਲੀ ਵੀ ਹੈਗਾ, ਬਠਿੰਡੇ ਵੀ ਹੈਗਾ, ਤੇ ਮਤਲਬ ਕਿ ਉਹ ਅਪੋਲੋ ਹਸਪੀਟਲ ਦੀ ਗੱਲ ਹੈਗੀ ਹੈ, ਫੋਰਟਿਸ ਹਸਪੀਟਲ ਮਤਲਬ ਕਿ ਤੁਸੀਂ ਦੇਖ ਲਓ, ਤੁਹਾਨੂੰ ਲਗਭਗ ਇਹਨਾਂ ਦੀ ਹੈਗੀ ਹੈ ਵੀ ਹਰ ਡਿਸਟ੍ਰਿਕਟ ਵਿੱਚ ਆਪਣਾ ਇੱਕ ਹਸਪਤਾਲ ਖੋਲ੍ਹਣਾ ਹੈਗਾ। ਇਹ ਕੌਣ ਹੈਗਾ? ਇਹ ਕੋਈ ਵੱਡਾ ਮਤਲਬ ਕਿ ਕਾਰਪੋਰੇਟ ਹੈਗਾ ਜਿਹੜਾ ਲੱਖਾਂ ਕਰੋੜਾਂ ਰੁਪਈਆ ਖਰਚ ਕਰਦਾ ਤੇ ਹਰ ਹਸਪਤਾਲ ਦੇ ਵਿੱਚ, ਤੇ ਫਿਰ ਉੱਥੋਂ ਹੀ ਸਟਾਰਟ ਹੁੰਦੀ ਹੈ। ਫਿਰ ਉਹ ਜੋ ਹਾਇਰ ਕਰਦਾ ਹੈਗਾ ਉਹ ਮਤਲਬ ਮੈਂ ਦੱਸਿਆ ਵੀ ਜਿਹੜਾ ਤੁਹਾਨੂੰ ਦੱਸਿਆ ਵੀ 30-40 ਹਜ਼ਾਰ ਰੁਪਏ ਤੇ ਇੱਕ ਡਾਕਟਰ ਹਾਇਰ ਕਰਦਾ ਹੈਗਾ, ਜਿਹੜਾ MBBS ਹੈ। MD ਨੂੰ ਉਹ ਹਾਇਰ ਕਰਦਾ ਹੈਗਾ ਉਹ ਪਾਰਟਨਰਸ਼ਿਪ ਦੇ, ਉਹ ਕਹੂਗਾ ਵੀ ਜੇ ਤੂੰ ਮਤਲਬ ਕਿ 5 ਲੱਖ ਰੁਪਏ ਦੇ ਮਰੀਜ਼ ਕਮਾਏਗਾ ਫਿਰ ਤੈਨੂੰ ਅਸੀਂ ਇੰਨੇ 2 ਲੱਖ 3 ਲੱਖ ਰੁਪਈਆ ਮਹੀਨਾ ਦੇਵਾਂਗੇ ਜੀ। ਤੇ ਉਹਨਾਂ ਨੂੰ ਫਿਰ ਟਾਰਗੇਟ ਮਿਲਦਾ ਹੈਗਾ। ਇਹ ਟਾਰਗੇਟ ਅਪਰੋਚ ਹੈਗੀ ਹੈ ਉਹਦੇ ਵਾਸਤੇ, ਯਾਨੀ ਇੱਕ ਮਰੀਜ਼ ਤੋਂ 5 ਲੱਖ ਰੁਪਈਆ ਦਾ ਬਿੱਲ ਕਿਵੇਂ ਬਣਾਉਣਾ ਹੈਗਾ, ਇਹਦੀ ਵੀ ਇੱਕ ਟ੍ਰੇਨਿੰਗ ਦੇਣ ਵਾਸਤੇ ਵੱਖਰਾ ਮਤਲਬ ਕਿ ਇੱਕ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਹੁੰਦਾ ਹੈਗਾ। ਉਹਨੂੰ ਮਤਲਬ ਕਿ ਦੱਸਿਆ ਜਾਂਦਾ ਹੈਗਾ ਵੀ ਇਹਦੇ ਮਤਲਬ ਕਿ ਟੈਸਟ ਕਿਵੇਂ ਵਾਧੂ ਕਰਾਉਣੇ ਹੈਗੇ ਨੇ, ਆਹ ਕਿਵੇਂ ਵਾਧੂ ਕਰਾਉਣਾ ਹੈਗਾ, ਵੀ ਜੇ ਲੋੜ ਨਹੀਂ ਹੈ ਤਾਂ ਆਹ ਵੀ ਕਰਵਾਉਣਾ ਹੈਗਾ। ਹੁਣ ਮਤਲਬ ਕਿ ਇੱਕ ਟੈਸਟ ਤੁਸੀਂ ਰੋਜ਼ ਕਰਾ ਲਿਆ, ਮਤਲਬ ਕਿ ਮੈਂ ਇੱਕ ਟੈਸਟ ਕਰਾ ਲਿਆ ਤੇ ਇਹ ਮੈਂ ਹੁਣ ਉਹ ਕਿਉਂਕਿ ਹਰ ਰੋਜ਼ ਸਵੇਰੇ ਵੀ ਕਰਾਓ, ਡਾਕਟਰ ਸਾਹਿਬ ਟੈਸਟ ਵਾਲਿਆਂ ਦੇ ਨਾਲ ਵੀ ਟਾਈ ਅਪ ਹੁੰਦਾ ਵਾ, ਡਾਕਟਰਸ ਦਾ ਦਵਾਈਆਂ ਵਾਲਿਆਂ ਨਾਲ ਵੀ ਟਾਈ ਅਪ ਹੁੰਦਾ ਵਾ ਕਿ ਉਹ 'ਚੋਂ ਕੁਝ ਜਿਹੜਾ ਵਾ ਉਹ ਮਿਲਦਾ ਵਾ ਉਹ 'ਚੋਂ ਵੀ। ਹਾਂਜੀ, ਮੈਂ ਇਹਦੇ ਬਾਰੇ ਵੀ ਅਕਸਰ ਮਤਲਬ ਕਿ ਥੋੜ੍ਹੀ ਜਿਹੀ ਉਸ ਤਰ੍ਹਾਂ ਗੱਲ ਕਰਦਾ। ਮੈਂ ਤੁਹਾਨੂੰ ਜੇ ਕਿ ਜੀ ਮੈਂ ਮੈਡੀਕਲ ਕਾਲਜ ਪਟਿਆਲੇ ਗਿਆ, ਉਹਨਾਂ ਦਾ ਜਿਹੜਾ ਇਨਸਿਗਨੀਆ ਹੁੰਦਾ ਜਿਹੜਾ ਅਸੀਂ ਮਤਲਬ ਕਿ ਕੋਟ ਦੇ ਉੱਤੇ ਲਗਾਉਂਦੇ ਹੁੰਦੇ ਸੀਗੇ, ਉਹਦੇ 'ਚ ਲਿਖਿਆ ਹੋਇਆ ਸੀਗਾ ਗੁਰਬਾਣੀ ਦੀ ਇੱਕ ਮਤਲਬ ਕਿ ਉੱਥੇ ਵਾਕ ਹੈਗਾ, ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਨ ਜੀ। ਵੀ ਮਤਲਬ ਕਿ ਡਾਕਟਰ ਦਾ ਕੰਮ 2 ਹੀ ਹੈਗੇ ਨੇ, ਇੱਕ ਤਾਂ ਬਿਮਾਰੀ ਲੱਭਣੀ ਹੈ, ਡਾਇਗਨੋਸਿਸ ਕਰਨਾ ਹੈਗਾ, ਦੂਜਾ ਹੈਗਾ ਟ੍ਰੀਟਮੈਂਟ। ਇਹ 2 ਕੰਮ ਮਤਲਬ ਕਿ ਇਹ ਸਿੱਖਣੇ ਨੇ। ਅਸੀਂ ਉਹੀ ਗੱਲ ਹੈ ਵੀ 4.5 ਸਾਲ 'ਚ ਅਸੀਂ ਉਹੀ ਸਾਰੇ ਮਤਲਬ ਕਿ ਕੰਮ ਜੋ ਵੀ ਪੜ੍ਹਾਈ ਹੈਗੀ ਹੈ ਉਹ ਸਿੱਖੇ। ਮਤਲਬ ਕਿ ਜੇ ਆਪਾਂ ਜਿਹੜੀ ਪੜ੍ਹਾਈ ਦੀ ਗੱਲ ਕਰੀਏ, ਹੁਣ ਤੁਸੀਂ ਦੇਖੋ ਵੀ ਉਹ ਪੜ੍ਹਾਈ ਇਸਤੇਮਾਲ ਨਹੀਂ ਹੋ ਰਹੀ। ਜੇ ਮੈਂ ਕਹਾਂ ਕਿ ਮਤਲਬ ਕਿ ਕੋਈ ਮਤਲਬ ਕਿ ਅੱਜ ਤੁਸੀਂ ਚਲੇ ਜਾਓ ਕਿਸੇ ਡਾਕਟਰ ਕੋਲੋਂ, ਤੁਸੀਂ ਹਜੇ ਪੇਟ 'ਤੇ ਹੱਥ ਵੀ ਨਹੀਂ ਲਾਉਣਾ ਕਿ ਮੇਰੇ ਦਰਦ ਹੋ ਰਿਹਾ ਸੀਗਾ, ਤੇ ਡਾਕਟਰ ਨੇ ਮਤਲਬ ਕਿ ਉਹਦੇ ਹੱਥ 'ਚ ਪੈਨ ਫੜਿਆ, ਉਹਨੇ ਅਲਟਰਾਸਾਊਂਡ ਲਿਖਣੀ ਹੈ। ਜਦੋਂ ਕਿ ਸਾਡੀ ਪੜ੍ਹਾਈ ਦਾ ਇਹ ਹਿੱਸਾ ਹੈਗਾ ਵੀ ਤੁਸੀਂ 90% ਮਤਲਬ ਕਿ ਉਸ ਦਾ ਡਾਇਗਨੋਸਿਸ ਉਹਦੇ ਤੋਂ 2-4 ਸਵਾਲ ਪੁੱਛ ਕੇ ਤੇ ਉਹਦਾ ਪੇਟ ਐਗਜ਼ਾਮਿਨ ਕਰਕੇ ਪਤਾ ਲਗਾ ਸਕਦੇ ਹੈਗੇ। ਮੈਂ ਤੁਹਾਨੂੰ ਮਤਲਬ ਕਿ ਉਦਾਹਰਨ ਦੇ ਸਕਦਾ ਕਿ ਸਾਨੂੰ ਜੋ ਸਮਝਾਇਆ ਗਿਆ, ਮੈਂ ਤੁਹਾਨੂੰ ਉਹ ਕਲਾਸ ਦੀ ਡੈਮੋਨਸਟ੍ਰੇਸ਼ਨ ਵੀ ਸਾਡਾ ਜਿਹੜਾ ਪੇਟ ਹੈ ਨਾ, ਇਹਦੇ ਤੇ ਇਹਨੂੰ 9 ਹਿੱਸਿਆਂ 'ਚ ਵੰਡਿਆ। ਮਤਲਬ ਕਿ ਸਾਨੂੰ ਜਦੋਂ ਪੜ੍ਹਾਉਂਦੇ ਆ ਤਾਂ ਮਤਲਬ ਕਿ ਜਿਵੇਂ ਆਪਾਂ 2 ਲਕੀਰਾਂ ਸਿੱਧੀਆਂ ਲਾ ਲਈਆਂ, 2 ਪੈਰਲਲ ਲਗਾ ਲਈਆਂ, 9 ਹਿੱਸਿਆਂ 'ਚ ਵੰਡਿਆ ਗਿਆ। ਤੇ ਫਿਰ ਜੇ ਕੋਈ ਆ ਕੇ ਕਹੇ ਜੀ ਮੇਰੇ ਪੇਟ 'ਚ ਦਰਦ ਹੁੰਦਾ, ਤੁਸੀਂ ਉਹਨੂੰ ਕਹਿੰਦੇ ਵੀ ਉਂਗਲ ਲਾ ਕੇ ਦੱਸ, ਐਗਜ਼ੈਕਟਲੀ ਉਂਗਲ ਲਾ ਕੇ ਦੱਸ ਕਿੱਥੇ ਹੁੰਦਾ ਹੈਗਾ, ਤੇ ਉੱਥੇ ਲਗਾ ਕੇ ਫਿਰ ਅਸੀਂ ਦੇਖਦੇ ਵੀ ਇਹ ਕਿਹੜੇ ਕੁਆਡਰੈਂਟ ਵਿੱਚ ਹੈਗਾ, ਵੀ ਕਿਹੜੇ ਕੁਆਡਰੈਂਟ। ਫਿਰ ਸਾਨੂੰ ਇਹ ਪਤਾ ਵੀ ਅਸੀਂ ਡਿਸੈਕਸ਼ਨ ਕੀਤੀ ਹੈ, ਮਤਲਬ ਕਿ ਡੈਡ ਜਿਹੜੇ ਸਾਨੂੰ ਮਿਲਦੀ ਹੈਗੀ ਡੈਡ ਬੋਡੀ, ਉਹਦੇ 'ਤੇ ਅਸੀਂ ਆਪ ਹੱਥ ਨਾਲ ਆਪ ਇੰਜੈਕਸ਼ਨ ਕੀਤੀ ਹੈਗੀ ਹੈ, ਡਿਸੈਕਸ਼ਨ ਹੁਣ ਵੀ ਹੁੰਦੀ ਹੈਗੀ। ਇਹ ਨਹੀਂ ਕਿ ਮਤਲਬ ਕਿ ਵੈਸੇ ਤਾਂ ਅੱਜ ਕੱਲ੍ਹ ਤਾਂ ਡੰਮੀ ਵੀ ਆ ਗਈਆਂ, ਮਤਲਬ ਕਿ
ਕਿ ਉਹਨਾਂ ਦੀਆਂ ਪਿਕਚਰਸ ਵੀ ਆ ਗਈਆਂ, ਬਹੁਤ ਕੁਝ ਆ ਗਿਆ। ਹਾਂਜੀ। ਪਰ ਫਿਰ ਵੀ ਅਸੀਂ ਉਹ ਦੇਖਿਆ ਵੀ ਇਹਦੇ ਥੱਲੇ ਜੇ ਇੱਥੇ ਉੱਥੇ ਉਹਨੂੰ ਲਾਈ, ਇਹਦੇ ਥੱਲੇ ਕਿਹੜੇ ਕਿਹੜੇ ਆਰਗਨ ਹੈਗੇ ਨੇ। ਇਹਦੇ ਥੱਲੇ ਮਤਲਬ ਕਿ ਲੀਵਰ ਹੈ, ਇਹਦੇ ਥੱਲੇ ਪਿੱਤਾ ਹੈਗਾ, ਇਹਦੇ ਥੱਲੇ ਪੈਨਕ੍ਰੀਆਜ਼ ਹੈ, ਜਾਂ ਇਹਦੇ ਥੱਲੇ ਕਿਡਨੀ ਹੈ, ਇਸ ਏਰੀਏ ਦੇ ਵਿੱਚ। ਫਿਰ ਉਹਦੇ ਇੱਕ ਦੋ ਸਵਾਲਾਂ ਨੂੰ ਅੰਦਾਜ਼ਾ ਲਗਾ ਕੇ ਦੋਹਾਂ ਨੂੰ ਮਿਲਾ ਕੇ ਫਿਰ ਅਸੀਂ ਸੋਚਦੇ ਵੀ ਤੇਰਾ ਜਿਹੜਾ ਇਹ ਪੇਨ ਹੈਗਾ ਨਾ, ਇਹ ਕਿਡਨੀ ਵਿੱਚ ਪੇਨ ਹੈਗਾ। ਯਾਨੀ ਕਿ 90% ਪਤਾ ਲੱਗ ਜਾਂਦਾ ਸੀਗਾ। ਮਤਲਬ ਅੱਜ ਤੇ ਪਹਿਲਾਂ ਟੈਸਟ ਹੀ ਲਿਖਦੇ ਆ ਕਿ ਆ ਕਰਵਾ ਕੇ ਲਿਆਓ, ਫਿਰ ਚੈੱਕ ਕਰਦੇ ਆ। ਬਿਲਕੁਲ, ਉਹ ਸਭ ਤੋਂ ਪਹਿਲਾਂ ਮਤਲਬ ਟੈਸਟ ਲਿਖਦੇ ਆ। ਜਿਹੜੀ ਮੈਂ ਗੱਲ ਇਹ ਕਰਦਾ ਕਿ ਅਸੀਂ ਆਪਣਾ ਜਿਹੜਾ ਸੀਗਾ ਰੋਗ ਲੱਭਣ ਵਾਲਾ ਹਿੱਸਾ ਜਿਹੜਾ ਹੈਗਾ ਸਾਰਾ ਲੈਬਾਰਟਰੀ ਨੂੰ ਦੇਤਾ। ਅਸੀਂ ਆਪਣੀ ਸੈਂਸ ਜਿਹੜੀ ਸੀ ਐਜ ਏ ਡਾਕਟਰ ਦੇ ਤੌਰ ਤੇ ਅਸੀਂ ਅਖਤਿਆਰ ਕੀਤੀ ਸੀ, ਉਹ ਅਸੀਂ ਇਸਤੇਮਾਲ ਨਹੀਂ ਕਰ ਰਹੇ। ਦੂਜਾ ਫਿਰ ਜਦੋਂ ਹੁਣ ਅਸੀਂ ਸਾਡੇ ਕੋਲ ਡਾਇਗਨੋਸਿਸ ਹੋ ਕੇ ਬਾਹਰੋਂ ਆ ਗਿਆ, ਹੱਥ ਦੇ ਪਰਚੀ ਆ ਗਈ, ਡਾਇਗਨੋਸ ਹੋ ਗਿਆ, ਅਲਟਰਾਸਾਊਂਡ ਦੀ ਜਾਂ ਲੈਬਾਰਟਰੀ ਤੋਂ ਹੋਰ ਟੈਸਟ ਕਰਾਏ, ਫਿਰ ਅਸੀਂ ਪਰਚੀ ਦੇ ਕੇ ਹੁਣ ਦਵਾਈ ਲਿਖਣੀ ਹੈ। ਦਵਾਈ ਲਿਖਣ ਲੱਗਿਆ ਫਿਰ ਸਾਡੇ ਸਾਹਮਣੇ ਕੋਈ ਨਾ ਕੋਈ MR ਆ ਜਾਂਦਾ, ਕੋਈ ਨਾ ਕੋਈ ਕੰਪਨੀ ਆ ਜਾਂਦੀ ਹੈ ਜਿਹਨੇ ਕਿ ਵੀ ਮੇਰੀ ਦਵਾਈ ਲਿਖੋ, ਮੇਰੀ ਦਵਾਈ ਲਿਖੋ। ਇਸ ਕਰਕੇ ਉਹ ਫਿਰ ਜਿਹੜੀ ਸਾਡੀ ਆਪਣੀ ਸਮਝ ਸੀਗੀ ਵੀ ਅਸੀਂ ਜਿਹੜਾ ਪੜ੍ਹਿਆ, ਮਤਲਬ ਕਿ 1 ਸਾਲ ਪੂਰਾ ਲਾ ਕੇ ਅਸੀਂ ਦਵਾਈ ਸ਼ਾਸਤਰ ਪੜ੍ਹਦੇ ਆ, ਜਿਹਨੂੰ ਫਾਰਮੇਕੋਲੋਜੀ ਕਹਿੰਦੇ ਆ। ਉਹਦੇ 'ਚ ਸੀਗਾ ਵੀ ਕਿਹੜੀ ਦਵਾਈ ਕਿਹੜੇ ਵਾਸਤੇ ਚਾਹੀਦੀ ਹੈ, ਕਿਹੜੀ ਦਵਾਈ ਕਿਹਦੇ ਨਾਲ ਮਿਲਾ ਸਕਦੇ ਆ, ਇੱਕ ਦਵਾਈ ਦੂਜੀ ਦਵਾਈ ਨਾਲ ਨਹੀਂ ਮਿਲਣੀ ਚਾਹੀਦੀ, ਇੱਕ ਜੇ ਖਾਣੀ ਹੈ ਤਾਂ ਕਦੋਂ ਖਾਣੀ ਹੈ, ਕਿਹਦੇ ਨਾਲ ਖਾਣੀ ਹੈ, ਕਿਵੇਂ ਖਾਣੀ ਹੈ, ਇੱਕ ਦਵਾਈ ਤੋਂ ਦੂਜੀ ਦਵਾਈ ਦਾ ਕੀ ਫਰਕ ਰੱਖਣਾ ਹੈ। ਇਹ ਜਿਹੜੀਆਂ ਚੀਜ਼ਾਂ ਅਸੀਂ ਸਾਰੀਆਂ ਇੱਕ ਡਿਟੇਲ ਦੇ ਵਿੱਚ ਪੜ੍ਹਦੇ ਹੈਗੇ ਆ, ਹੁਣ ਵੀ ਪੜ੍ਹਦੇ ਹੈਗੇ ਆ, ਪਰ ਉਹ ਉਹਦਾ ਫਿਰ ਇਸਤੇਮਾਲ ਨਹੀਂ ਹੋ ਰਿਹਾ। ਉਹ ਜਿਹੜੀ ਹੈਗੀ ਅਸੀਂ ਮਤਲਬ ਕਿ ਦਵਾਈ ਕੰਪਨੀ ਦੇ ਸਹਾਰੇ ਤੇ ਬੈਠੇ ਹੈਗੇ ਆ। ਕਹਿਣ ਦਾ ਮਤਲਬ MBBS ਦੀ ਇੱਕ ਹੁਣ ਜਿਵੇਂ ਅਕਸਰ ਇਹ ਗੱਲ ਵੀ ਆ ਰਹੀ ਹੈ ਵੀ ਅਸੀਂ ਸਿਰਫ MBBS ਡਿਗਰੀ ਹੋਲਡਰ ਪੈਦਾ ਕਰ ਰਹੇ ਹਾਂ ਜਾਂ ਪੈਦਾ ਹੋ ਰਹੇ ਨੇ। ਉਹਨਾਂ ਦੇ ਕੋਲ ਇੱਕ ਮੋਹਰ ਹੈਗੀ ਹੈ, ਮਤਲਬ ਕਿ ਫਲਾਣਾ ਡਾਕਟਰ MBBS, ਤੇ ਇਸ ਕਰਕੇ ਉਹਦੀ ਮੋਹਰ ਚੱਲਦੀ ਹੈਗੀ ਹੈ, ਉਹਦੀ ਮੋਹਰ ਨੂੰ ਹੀ ਰਿਕੋਗਨਾਈਜ਼ ਕੀਤਾ ਜਾਂਦਾ ਹੈ ਤੇ ਉਹਦੇ ਸਕਿੱਲ ਦੀ ਲੋੜ ਨਹੀਂ ਹੈ। ਅੱਜ ਆਪਾਂ ਕਹਿ ਸਕਦੇ ਵੀ ਜੋ ਉਹਨੇ ਪੜ੍ਹਾਈ ਕੀਤੀ ਹੈ ਉਹਦਾ ਉਸ ਤਰ੍ਹਾਂ ਦਾ ਪ੍ਰੋਪਰ ਸਾਇੰਟੀਫਿਕ ਇਸਤੇਮਾਲ ਉਹ ਨਹੀਂ ਹੋ ਰਿਹਾ। ਇੱਕ ਉਹਨਾਂ ਨੇ ਮੌਕਾ ਵੀ ਨਹੀਂ ਮਿਲ ਰਿਹਾ, ਕਿਉਂਕਿ ਦੂਜਾ ਜਿਹੜਾ ਦੱਸਿਆ ਕਿ ਵੀ ਉਹਦੇ ਨਾਲ ਹੁਣ MD ਰਲ ਗਈ, ਉਹ MBBS ਪੜ੍ਹ ਹੀ ਉਸ ਤਰੀਕੇ ਨਾਲ ਰਿਹਾ ਕਿ ਮੈਂ MD ਕਰਨੀ ਹੈ ਤੇ MD ਦਾ ਐਗਜ਼ਾਮ ਦੇਣਾ ਹੈਗਾ। ਤਾਂ ਉਸ MD ਦੇ ਐਗਜ਼ਾਮ ਦੇ ਮੱਦੇ ਨਜ਼ਰ ਉਹ ਉਹਦਾ ਬਹੁਤਾ ਧਿਆਨ ਜਿਹੜਾ ਹੈਗਾ ਉਹ ਇਸ ਤਰ੍ਹਾਂ ਦੀ ਕਹਿਣ ਤੋਂ ਭਾਵ ਕਿ ਟੋਟਲੀ ਵਪਾਰਕ ਹੋ ਗਿਆ ਵਾ, ਕਿ ਟੈਸਟ ਵੀ ਤੇ ਦਵਾਈਆਂ ਵੀ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਕੰਪਨੀਆਂ ਆਪ ਉਹਨਾਂ ਨੂੰ ਅਪਰੋਚ ਕਰਦੀਆਂ ਕਿ ਆਹ ਦਵਾਈ ਜਿਹੜੀ ਹੈ ਉਹ ਲਿਖੋ, ਆਹ ਲਿਖੋ। ਬਿਲਕੁਲ, ਮੈਂ ਦੱਸਦਾ ਕਿ ਮੈਂ ਦਵਾਈ ਕੰਪਨੀਆਂ ਦੇ ਉੱਤੇ ਵੀ ਅਕਸਰ ਮਤਲਬ ਕਿ ਸਵਾਲ ਕੀਤੇ ਹੈਗੇ ਨੇ। ਦੇਖੋ ਤੁਸੀਂ ਦੇਖੋ ਵੀ ਜੇ ਮੈਂ ਤੁਹਾਨੂੰ ਦੱਸਿਆ ਕਿ ਵੀ ਇੱਕ ਮਰੀਜ਼ ਆਇਆ, ਉਹਨੇ ਆਪਣੇ ਦੱਸਿਆ ਵੀ ਆਪਣੇ ਨਾ ਵੀ ਆ ਮੈਨੂੰ ਆਹ ਤਕਲੀਫ ਹੈ, ਮੈਨੂੰ ਜੀ ਕੱਚਾ ਹੁੰਦਾ, ਜਾਂ ਮੈਨੂੰ ਸਾਹ ਨਹੀਂ ਚੜਦਾ, ਜਾਂ ਮੇਰੇ ਪੇਟ 'ਚ ਦਰਦ ਹੈਗਾ। ਅਸੀਂ ਉਹਨਾਂ ਕੋਲ ਕੁਝ ਸਵਾਲ ਪੁੱਛੇ ਤੇ ਉਹਦੇ ਬਾਅਦ ਥੋੜ੍ਹਾ ਜਿਹਾ ਅੰਦਾਜ਼ਾ ਲੱਗਿਆ। ਫਿਰ ਲੱਗਿਆ ਵੀ ਹੁਣ ਨਾ ਕੋਈ ਇਹਦੇ ਤੋਂ 1-2 ਟੈਸਟ ਕਰਵਾ ਲਈਏ ਤਾਂ ਕਿ ਥੋੜ੍ਹੀ ਜਿਹੀ ਗੱਲ ਹੋਰ ਆਪਾਂ ਨਾਲ ਪੂਰੇ ਨਤੀਜੇ 'ਤੇ ਪਹੁੰਚ ਜਾਈਏ। ਕੋਈ ਬੁਖਾਰ ਹੈਗਾ, ਬੁਖਾਰ ਕਿਸ ਕਰਕੇ, ਮਲੇਰੀਆ ਕਰਕੇ, ਟਾਈਫਾਈਡ ਕਰਕੇ, ਤਾਂ ਕਿ ਇੱਕ ਟੈਸਟ ਕਰਵਾ ਲਈਏ। ਸਾਨੂੰ ਬਹੁਤਾ ਅੰਦਾਜ਼ਾ ਲੱਗ ਜਾਂਦਾ ਹੈਗਾ ਵੀ ਇਹਨੂੰ ਮਲੇਰੀਆ ਲੱਗਦਾ, ਵੀ ਇਹਦੇ ਸਿੰਪਟਮ ਤੋਂ ਮਲੇਰੀਆ ਲੱਗਦਾ ਹੈ ਨਾ। ਫਿਰ ਵੀ ਅਸੀਂ ਬਲੱਡ ਟੈਸਟ ਕਰਾ ਲੈਂਦੇ ਹਾਂ। ਐਵੇਂ ਆਪਣਾ ਟਾਈਫਾਈਡ ਦੀ ਗੱਲ ਹੈ। ਹਰੇਕ ਬੁਖਾਰ ਦਾ ਨਾ 2-4 ਖਾਸ ਪੈਟਰਨ ਹੁੰਦਾ ਹੈ। ਟਾਈਫਾਈਡ ਦਾ ਬੁਖਾਰ ਵੱਖਰਾ ਹੁੰਦਾ ਹੈਗਾ, TB ਦਾ ਬੁਖਾਰ ਵੱਖਰਾ ਹੁੰਦਾ ਹੈ, ਮਲੇਰੀਆ ਦਾ ਬੁਖਾਰ ਵੱਖਰਾ ਹੁੰਦਾ ਹੈ। ਫਿਰ ਵੀ ਅਸੀਂ ਟੈਸਟ ਕਰਾਉਣਾ ਇੱਕ। ਹੁਣ ਤੁਸੀਂ ਦੇਖੋ ਵੀ ਅੱਜ ਤੁਸੀਂ ਹਰ ਰੋਜ਼ ਦੀ ਤਾਂ ਇੱਕ ਦਿਨ ਛੱਡ ਕੇ ਤੁਹਾਨੂੰ ਅਖਬਾਰ ਦੇ ਵਿੱਚ ਇੱਕ ਮਤਲਬ ਕਿ ਕਾਗਜ਼ ਮਿਲੂਗਾ ਵੀ ਆਪਣਾ ਹੋਲ ਬੋਡੀ ਟੈਸਟ ਕਰਾਓ, ਹੈ ਨਾ। ਵੀ ਇਹ ਮੈਂ ਸਮਝਦਾ ਐਥੀਕਲ ਹੀ ਨਹੀਂ ਹੈਗਾ ਵੀ ਤੁਸੀਂ ਸਿੱਧੇ ਟੈਸਟ ਕਰਾਉਣਾ ਤੇ ਆਪ ਜਾ ਰਹੇ ਹੋ। ਤੁਹਾਨੂੰ ਡਾਕਟਰ ਨੇ ਪ੍ਰਸਕ੍ਰਾਈਬ ਕੀਤਾ ਹੋਣਾ ਚਾਹੀਦਾ ਵੀ ਡਾਕਟਰ ਕਹੇ ਵੀ ਆਹ ਟੈਸਟ ਕਰਵਾ ਕੇ ਆਓ। ਫਿਰ ਤੁਸੀਂ ਮਤਲਬ ਕਿ ਉੱਥੇ ਜਾਂਦੇ ਹੋ, ਆਪਣੇ ਬੜੀ ਖੁਸ਼ੀ ਤੁਸੀਂ ਪੈਸੇ ਦਿੰਦੇ ਹੋ, ਸਾਰੀ ਬੋਡੀ ਦਾ ਟੈਸਟ ਕਰਵਾ ਕੇ ਤੇ ਫਿਰ ਰਿਪੋਰਟ ਉਹ ਤੁਹਾਨੂੰ ਭੇਜ ਦਿੰਦੇ ਹੈਗੇ ਨੇ ਸ਼ਾਮ ਨੂੰ WhatsApp 'ਤੇ ਜਾਂ ਜਿੱਥੇ ਈਮੇਲ 'ਤੇ, ਜਿਵੇਂ ਵੀ ਉਹਨਾਂ ਦਾ ਤਰੀਕਾ ਹੈਗਾ। ਫਿਰ ਤੁਸੀਂ ਉਹਨੂੰ ਦੇਖਦੇ ਹੋ, ਫਿਰ ਉਹਨਾਂ ਦੇ ਵਿੱਚ ਉਹ ਕੰਪਿਊਟਰ ਜਿਹੜਾ ਹੈਗਾ ਨਾ ਉਹ ਦੇਖ ਰਿਹਾ ਹੈਗਾ। ਟੈਸਟ ਵੀ ਕੰਪਿਊਟਰ ਨੇ ਕੀਤੇ ਨੇ ਤੇ ਜਿਹੜੇ ਰਿਜ਼ਲਟ ਵੀ ਕੰਪਿਊਟਰ ਨੇ ਕੱਢੇ ਨੇ। ਕੰਪਿਊਟਰ ਦੇ ਫੀਡ ਕੀਤਾ ਹੋਇਆ ਵੀ ਇਹ ਹੀਮੋਗਲੋਬਿਨ ਮਤਲਬ ਕਿ 11 ਗ੍ਰਾਮ ਤੋਂ ਘੱਟ ਹੋਵੇ ਤਾਂ ਫਿਰ ਤੋਂ ਉਹਨੂੰ ਰੈੱਡ ਕਰਦੀ, ਜਾਂ ਮਤਲਬ ਕਿ ਬਲੱਡ ਸ਼ੂਗਰ 105 ਤੋਂ ਵੱਧ ਹੋਵੇ ਤਾਂ ਉਹਨੂੰ ਮਤਲਬ ਕਿ 106 ਵੀ ਹੋਵੇ ਤਾਂ ਉਹਨੂੰ ਮਤਲਬ ਕਿ ਬੋਲਡ ਕਰਦੀ। ਫਿਰ ਅਸੀਂ ਉਹ ਟੈਸਟ ਦੇਖ ਕੇ ਪਰੇਸ਼ਾਨ ਹੋ ਰਹੇ ਹੈਗੇ। ਫਿਰ ਪਰੇਸ਼ਾਨ ਹੋ ਕੇ ਫਿਰ ਡਾਕਟਰ ਲੱਭਦੇ ਹਾਂ ਅਸੀਂ, ਫਿਰ ਡਾਕਟਰ ਕੋਲ ਜਾਂਦੇ ਆ। ਮਤਲਬ ਕਿ ਇਹ ਇੱਕ ਲੈਬਾਰਟਰੀ ਵਾਲਿਆਂ ਨੇ ਆਪਣਾ ਹੀ ਤਰੀਕਾ ਇੱਕ ਲੱਭ ਲਿਆ ਹੈਗਾ। ਇੱਕ ਇਹ ਗੱਲ ਕਹਿ ਕੇ ਕਿ ਆਪਣਾ ਰੈਗੂਲਰ ਚੈੱਕਅਪ ਕਰਾਉਣਾ ਚਾਹੀਦਾ, ਆਪਣੀ ਸਿਹਤ ਦਾ ਖਿਆਲ ਰੱਖੋ। ਹੁਣ ਤੁਸੀਂ 60 ਸਾਲ ਦੇ ਹੋ ਗਏ ਹੋ, ਹੁਣ ਤੁਹਾਨੂੰ ਹਰ 6 ਮਹੀਨੇ ਬਾਅਦ ਟੈਸਟ ਕਰਾਉਣੇ ਚਾਹੀਦੇ ਨੇ। ਤਾਂ ਇੱਕ ਵੱਖਰਾ ਹੀ ਮਤਲਬ ਕਿ ਜਿਹੜਾ ਹੈਗਾ ਲੈਬਾਰਟਰੀ ਵਾਲਿਆਂ ਨੇ ਇੱਕ ਪੂਰਾ ਦਾ ਪੂਰਾ ਇੱਕ ਮੈਂ ਕਹਿ ਸਕਦਾ ਕਿ ਜਾਲ ਵਿਛਾਇਆ ਹੈਗਾ ਲੋਕਾਂ ਦੇ ਵਾਸਤੇ, ਤੇ ਲੋਕੀ ਵੀ ਇਹਦੇ ਪਿੱਛੇ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਹੁਣ ਲੱਗੇ ਹੋਏ ਹੈਗੇ। ਜੀ ਬਿਲਕੁਲ ਡਾਕਟਰ ਸਾਹਿਬ, ਆਪਣਾ ਸਮਾਂ ਲਗਭਗ ਜਿਹੜਾ ਆ ਉਹ ਸਮਾਪਤ ਹੈ। ਲਾਸਟ ਦੇ ਉੱਤੇ ਕੀ ਕਹਿਣਾ ਚਾਹੋਗੇ ਤੁਸੀਂ ਡਾਕਟਰਸ ਡੇ ਦੇ ਨਾਲ ਸੰਬੰਧਿਤ, ਤੇ ਹੋਰ ਜਿਹੜੀਆਂ ਅਸੀਂ ਗੱਲਬਾਤ ਕੀਤੀ ਆ ਕਿ ਕਿਵੇਂ ਇਸ ਕਿੱਤੇ ਨੂੰ ਜਿਹੜਾ ਆ ਉਹ ਚੰਗਾ ਕੀਤਾ ਜਾ ਸਕੇ ਤਾਂ ਜੋ ਹਰੇਕ ਨੂੰ ਚੰਗਾ ਇਲਾਜ ਜਿਹੜਾ ਉਹ ਮਿਲ ਸਕੇ? ਨਹੀਂ, ਦੇਖੋ ਵੀ ਡਾਕਟਰ ਦਾ ਜਿਹੜਾ ਰਿਸ਼ਤਾ ਹੈਗਾ ਵੀ ਮੈਂ ਜ਼ਰੂਰ ਪੜ੍ਹਦਾ, ਤਾਂ ਮੈਂ ਪੜ੍ਹ ਕੇ ਜਾਂ ਕੋਈ ਵੀ ਡਾਕਟਰ ਬਣ ਰਿਹਾ ਹੈਗਾ, ਅਲਟੀਮੇਟਲੀ ਉਹਨੇ ਜਾ ਕੇ ਇੱਕ ਮਰੀਜ਼ ਦੇ ਨਾਲ ਸੰਪਰਕ ਕਰਨਾ ਹੈ। ਮਰੀਜ਼ ਇੱਕ ਜਿੰਦਾ ਜਾਗਦਾ ਮਤਲਬ ਕਿ ਧੜਕਦਾ ਹੋਇਆ ਮਤਲਬ ਕਿ ਸ਼ਖਸ ਤੁਹਾਡੇ ਸਾਹਮਣੇ ਹੈ। ਇਹ ਤਾਂ ਤੇ ਆਪਸ ਵਿੱਚ ਰਿਸ਼ਤਾ ਹੈਗਾ, ਇਹ ਇੱਕ ਵੱਖਰੀ ਕਿਸਮ ਦਾ ਰਿਸ਼ਤਾ ਹੈਗਾ। ਤੁਸੀਂ ਕਿਸੇ ਮਤਲਬ ਕਿ ਕਿਸੇ ਉਹਦੀ ਥਾਂ 'ਤੇ ਨਹੀਂ ਲੱਗੇ ਹੋਏ ਜਿੱਥੇ ਤੁਸੀਂ ਇੱਟਾਂ ਪੱਥਰਾਂ ਦੇ ਨਾਲ ਮਤਲਬ ਕਿ ਜਾਂ ਵਾਹ ਪੈ ਰਿਹਾ ਹੈਗਾ ਤੁਹਾਡਾ, ਜਾਂ ਸਿਰਫ ਦਫ਼ਤਰ 'ਚ
ਬੈਠੇ ਹੋ ਤੇ ਕੰਪਿਊਟਰ ਦੇ ਉੱਤੇ ਬੈਠੇ ਗੱਲਾਂ ਕਰ ਰਹੇ ਹੈਗੇ ਹੋ। ਇੱਥੇ ਹੈਗਾ ਤਾਂ ਇਹ ਦੋਹਾਂ ਦੇ ਵਿੱਚ ਇੱਕ ਵਿਸ਼ਵਾਸ ਜਿਹੜਾ ਹੈਗਾ ਨਾ ਉਹ ਬਹੁਤ ਜ਼ਰੂਰੀ ਹੈਗਾ। ਅਸੀਂ ਸੁਣਦੇ ਹੁੰਦੇ ਸੀ ਪਹਿਲਾਂ ਹਜੇ ਵੀ ਉਹਦੇ ਵਿੱਚ ਮੇਰਾ ਇੰਨਾ ਵਿਸ਼ਵਾਸ ਹੈ ਕਿ ਉਹ ਸਵਾਦ ਦੀ ਪੁੜੀ ਦੇ ਦੇਵੇ ਤਾਂ ਮੈਂ ਠੀਕ ਹੋ ਜਾਊਗਾ। ਤਾਂ ਉਹ ਇੱਕ ਵਿਸ਼ਵਾਸ ਜਿਹੜਾ ਸੀਗਾ ਨਾ ਉਸ ਨੂੰ ਬਹਾਲ ਕਰਨ ਦੀ ਲੋੜ ਹੈਗੀ ਹੈ ਤੇ ਦੋਵੇਂ ਪਾਸਿਓਂ ਤੋਂ ਹੀ ਮਤਲਬ ਅਸੀਂ ਦੇਖੋ ਵੀ ਅੱਜ ਅਸੀਂ ਦਵਾਈ ਜੋ ਲਿਖਦੇ ਹੈਗੇ ਹਰੇਕ ਕੋਲ ਇੰਟਰਨੈਟ ਹੈਗਾ, ਹਰ ਕੋਲ ਮੋਬਾਈਲ ਹੈਗਾ, ਉਹਦੇ 'ਚੋਂ ਮਤਲਬ ਦੇਖਦਾ ਕਿ ਆਹ ਦਵਾਈ ਲਿਖੀ ਹੈ, ਉਹਦੀ ਦਵਾਈ ਦੇ ਸਾਈਡ ਇਫੈਕਟ ਹੈ, ਫਿਰ ਉਹ ਡਾਕਟਰ ਨੂੰ ਕਹਿੰਦੇ ਦੇਖੋ ਤੁਸੀਂ ਦਵਾਈ ਲਿਖੀ ਹੈਗੀ ਜਿਹਦੇ ਸਾਈਡ ਇਫੈਕਟ ਹੈ। ਬਿਲਕੁਲ ਸਾਡੀ ਜਿਹੜੀ ਮੈਂ ਕਹਿੰਦਾ ਵੀ ਮਾਡਰਨ ਐਲੋਪੈਥੀ ਜਿਹੜੀ ਹੈਗੀ ਹੈ ਉਹਦੇ ਵਿੱਚ ਹੀ ਇੱਕ ਸਾਈਡ ਇਫੈਕਟ ਹੈਗੇ ਨੇ ਉਹੀ ਦੱਸਦੇ ਆ, ਨਹੀਂ ਤਾਂ ਨਾ ਆਯੁਰਵੈਦਿਕ ਨਾ ਹੋਮਿਓਪੈਥੀ ਕੋਈ ਵੀ ਨਹੀਂ ਕਹਿੰਦਾ ਕਿ ਸਾਡਾ ਕੋਈ ਸਾਈਡ ਇਫੈਕਟ ਹੈ। ਇਸ ਨੂੰ ਵਧੀਆ ਗੱਲ ਸਮਝਣੀ ਚਾਹੀਦੀ ਹੈ ਵੀ ਉਹ ਸਾਈਡ ਇਫੈਕਟ ਨਹੀਂ ਹੈਗੇ, ਉਹ ਦੱਸੇ ਕਿ ਇਹ ਅਨਲੋੜੇ ਪ੍ਰਭਾਵ ਹੈਗੇ ਨੇ। ਹੁਣ ਜੇ ਕਿਸੇ ਨੇ ਕੋਈ ਦਵਾਈ ਖਾਣੀ ਹੈ ਉਹ ਲੀਵਰ ਦੇ ਵਾਸਤੇ ਜਾਣੀ ਹੈ ਤਾਂ ਲੀਵਰ ਦੇ ਉੱਤੇ ਜਾ ਕੇ ਕੰਮ ਕਰੂਗੀ, ਪਰ ਉਹ ਖੂਨ ਤੋਂ ਜਾਂਦੀ ਹੋਈ ਸਾਰੀ ਥਾਵਾਂ ਤੇ ਪਹੁੰਚੂਗੀ। ਤਾਂ ਮਾੜਾ ਜਿਹਾ ਅੱਖਾਂ ਤੇ ਵੀ ਜਾਊਗੀ, ਥੋੜੇ ਜਿਹੇ ਪੈਰਾਂ ਤੇ ਵੀ ਜਾਊਗੀ, ਲੱਤਾਂ ਤੇ ਵੀ ਜਾਊਗੀ, ਉਹ ਥੋੜਾ ਤੁਹਾਨੂੰ ਸੁਸਤ ਕਰ ਸਕਦੀ ਹੈ, ਥੋੜਾ ਤੁਹਾਨੂੰ 2-4 ਘੰਟੇ ਨਿਢਾਲ ਕਰ ਸਕਦੀ ਹੈ। ਉਹ ਉਹਦਾ ਅਣਚਾਹਿਆ ਮਤਲਬ ਕਿ ਪ੍ਰਭਾਵ ਹੈਗਾ ਦਵਾਈ ਦਾ। ਤਾਂ ਇਹ ਗੱਲ ਨੂੰ ਸਮਝਣਾ ਚਾਹੀਦਾ ਵੀ ਅਣਚਾਹਿਆ ਪ੍ਰਭਾਵ ਹੈਗਾ, ਪਰ ਉਹਦਾ ਆਪਾਂ ਪ੍ਰਭਾਵ ਦੇਖਣ ਦੇ ਵਾਸਤੇ ਡਾਕਟਰ ਦਵਾਈ ਲਿਖ ਰਿਹਾ। ਇਸ ਕਰਕੇ ਵੱਡੀ ਗੱਲ ਹੈਗੀ ਹੈ ਕਿ ਡਾਕਟਰ ਮਰੀਜ਼ ਦਾ ਜਿਹੜਾ ਰਿਸ਼ਤਾ ਹੈਗਾ ਉਹਨੂੰ ਬਹਾਲ ਕਰਨ ਦੀ ਲੋੜ ਹੈ ਤੇ ਉਹਦੇ 'ਚ ਪਹਿਲ ਡਾਕਟਰ ਨੂੰ ਕਰਨੀ ਚਾਹੀਦੀ ਹੈ ਕਿ ਉਹ ਆਪਣੇ ਮਰੀਜ਼ ਨੂੰ ਚੰਗੀ ਤਰ੍ਹਾਂ ਦੱਸੇ ਸਮਝਾਵੇ ਤਾਂ ਕਿ ਉਹ ਉਹਦੀ ਗੱਲ ਮੰਨੇ ਤੇ ਉਹ ਫਿਰ ਇਸ ਤਰ੍ਹਾਂ ਦੇ ਇੱਧਰੋਂ ਉੱਧਰੋਂ ਦੀ ਪਤਾ ਨਾ ਕਰੇ ਵੀ ਇਹਦਾ ਡਾਕਟਰ ਸਾਹਿਬ ਨੇ ਮੈਨੂੰ ਕੀ ਦਵਾਈ ਲਿਖੀ ਹੈ ਜਾਂ ਤਾਂ ਇਸ ਕਰਕੇ ਇੱਕ ਉਸ ਰਿਸ਼ਤੇ ਨੂੰ ਮਤਲਬ ਕਿ ਬਿਹਤਰ ਬਣਾਉਣ ਦੀ ਲੋੜ ਹੈਗੀ ਹੈ। ਬਿਲਕੁਲ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਇਹ ਸਨ ਡਾਕਟਰ SS ਦੀਪਤੀ ਜਿਨ੍ਹਾਂ ਨੇ ਡਾਕਟਰਸ ਡੇ ਦੇ ਉੱਤੇ ਸਮੁੱਚੀ ਗੱਲਬਾਤ ਜਿਹੜੀ ਆ ਉਹ ਕੀਤੀ ਤੇ ਦੱਸਿਆ ਕਿ ਕਿਵੇਂ ਇਸ ਰਿਸ਼ਤੇ ਨੂੰ ਮਜ਼ਬੂਤ ਜਿਹੜਾ ਆ ਉਹ ਕੀਤਾ ਜਾ ਸਕਦਾ। ਸੋ ਆਸ ਕਰਦੇ ਹਾਂ ਕਿ ਤੁਹਾਨੂੰ ਪ੍ਰੋਗਰਾਮ ਜਿਹੜਾ ਪਸੰਦ ਆਇਆ ਹੋਵੇਗਾ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਹੋਵਾਂਗੇ ਹਾਜ਼ਰ, ਇੱਥੇ ਹੀ ਆਗਿਆ ਚਾਹਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।